ਸਤਿ ਸ੍ਰੀ ਅਕਾਲ, ਨਮਸਕਾਰ। ਮੈਂ ਹਾਂ ਬਲਬੀਰ ਜੰਡੂ। ਤੁਹਾਡਾ ਸਭ ਦਾ ਸੱਜਣ ਮੀਡੀਆ ਚੈਨਲ ਉੱਤੇ ਸਵਾਗਤ ਹੈ। ਜੂਨ ਦਾ ਮਹੀਨਾ ਹੈ ਤੇ ਇਸ ਮਹੀਨੇ ਦੇ ਵਿੱਚ ਅੱਜ ਤੋਂ 37 ਸਾਲ ਪਹਿਲਾਂ ਜੋ ਕੁਝ ਪੰਜਾਬ 'ਚ ਵਾਪਰਿਆ, ਜੋ ਕੁਝ ਨੀਲਾ ਤਾਰਾ ਦੇ ਨਾਂ ਨਾਲ ਜਾਣਿਆ ਜਾਂਦਾ, ਘੱਲੂਘਾਰੇ ਦੇ ਨਾਂ ਨਾਲ ਜਾਣਿਆ ਜਾਂਦਾ, ਤੇ ਹਰ ਸਾਲ 6 ਜੂਨ ਨੂੰ ਇਹ ਦਿਹਾੜਾ ਸਿੱਖ ਸੰਗਠਨਾਂ ਵੱਲੋਂ, ਸਿੱਖ ਸੰਗਤ ਵੱਲੋਂ 1984 ਦੀ ਯਾਦ ਨੂੰ ਸਾਹਮਣੇ ਰੱਖ ਕੇ ਮਨਾਇਆ ਜਾਂਦਾ। ਪਰ ਸਵਾਲ ਇਹ ਉੱਠਦਾ ਹੈ ਕਿ ਇਹ ਜਿਹੜਾ ਜੂਨ 1984 ਵਿੱਚ ਜੋ ਕੁਝ ਵਾਪਰਿਆ, ਇਸ ਦੀ ਵੱਖ-ਵੱਖ ਤਰ੍ਹਾਂ ਵਿਆਖਿਆ ਹੋਈ ਹੈ, ਵੱਖ-ਵੱਖ ਤਰ੍ਹਾਂ ਇਹਨੂੰ ਬਿਆਨ ਕੀਤਾ ਗਿਆ। ਇਹਦੇ ਕਈ ਰੂਪ ਜਿਹੜੇ ਹੈ ਉਹ ਸਾਹਮਣੇ ਆਉਂਦੇ ਆ। ਵੱਖ-ਵੱਖ ਇਹਦੇ ਤੇ ਕਿਤਾਬਾਂ ਵੀ ਲਿਖੀਆਂ ਗਈਆਂ ਔਰ ਹਰੇਕ ਨੇ ਆਪਣੇ ਦ੍ਰਿਸ਼ਟੀਕੋਣ ਤੋਂ ਉਸ ਨੂੰ ਪੇਸ਼ ਕੀਤਾ। ਪਰ ਅਸੀਂ ਚਾਹਾਂਗੇ ਅੱਜ ਜਿਹੜੇ ਸਾਡੇ ਨਾਲ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਹੋਣੀ ਜੁੜੇ ਨੇ, ਜਿਨ੍ਹਾਂ ਦਾ ਖਾਸ ਕਰਕੇ 1984 ਦੀਆਂ ਘਟਨਾਵਾਂ ਨੂੰ ਉਹਨਾਂ ਨੇ ਬੜਾ ਨੇੜਿਓਂ ਦੇਖਿਆ। ਉਹ 1984 ਦੇ ਵਿੱਚ ਉੱਥੇ UNI ਵੱਲੋਂ ਐਜ਼ ਏ ਸਟਾਫ ਰਿਪੋਰਟਰ ਤੈਨਾਤ ਸਨ, ਤਾਂ ਉਹਨਾਂ ਨੇ ਜੋ ਵੀ ਉੱਥੇ ਵਾਪਰਿਆ ਉਹ ਅੱਖੀਂ ਦੇਖਿਆ। ਉਹਨਾਂ ਨੇ ਇਸ ਦੇ ਉੱਤੇ ਇੱਕ ਆਪਣੀ ਜੂਨ 84 ਦੀ ਪੱਤਰਕਾਰੀ ਕਿਤਾਬ ਵੀ ਲਿਖੀ ਹੈ, ਜਿਹਦੇ ਵਿੱਚ ਉਹਨਾਂ ਨੇ ਉਸ ਸਮੇਂ ਦੀਆਂ ਘਟਨਾਵਾਂ ਦਾ ਜ਼ਿਕਰ ਕੀਤਾ, ਪੱਤਰਕਾਰੀ ਦਾ ਜ਼ਿਕਰ ਕੀਤਾ ਔਰ ਬਾਕੀ ਦੇ ਜੋ ਕੁਝ ਉਹਨਾਂ ਨੇ ਉੱਥੇ ਦੇਖਿਆ ਉਸ ਨੂੰ ਬਿਆਨ ਕੀਤਾ। ਤੇ ਉਂਝ ਵੀ ਉਹਨਾਂ ਦਾ ਸਿੱਖ ਰਾਜਨੀਤੀ, ਸਿੱਖ ਸਿਆਸਤ, ਸਿੱਖਾਂ ਦੇ ਧਾਰਮਿਕ ਖੇਤਰ ਦਾ ਬੜਾ ਡੂੰਘਾ ਅਧਿਐਨ ਹੈ। ਇਹ ਸਾਰੇ ਦੇ ਬਾਰੇ ਅਸੀਂ ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ। 38ਵੀਂ ਜਿਹੜੀ ਬਰਸੀ ਹੈਗੀ ਹੈ ਉਸ ਘੱਲੂਘਾਰੇ ਦੀ, ਉਸ ਦੇ ਉੱਤੇ ਉਹ ਸਾਨੂੰ ਇਹ ਜਾਣਨਾ ਪਾਉਣਗੇ ਕਿ ਉਹ ਜਿਹੜੀਆਂ ਘਟਨਾਵਾਂ ਉਸ ਸਮੇਂ ਹੋਈਆਂ ਉਸ ਦਾ ਕੀ ਪਿਛੋਕੜ ਸੀ ਤੇ ਕਿਹਨਾਂ ਹਾਲਤਾਂ 'ਚ ਇਹ ਗੱਲ ਇੱਥੋਂ ਤੱਕ ਪਹੁੰਚੀ। ਤਾਂ ਮੈਂ ਸਭ ਤੋਂ ਪਹਿਲਾਂ ਸਿੱਧੂ ਸਾਹਿਬ ਨੂੰ ਜੀ ਆਖਦਾ। ਸਿੱਧੂ ਸਾਹਿਬ, ਸਵਾਗਤ ਹੈ ਤੁਹਾਡਾ ਇਸ ਪ੍ਰੋਗਰਾਮ 'ਚ। ਧੰਨਵਾਦ ਜੀ, ਧੰਨਵਾਦ, ਸ਼ੁਕਰੀਆ। ਸਿੱਧੂ ਸਾਹਿਬ, ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਸਾਰਾ, ਤੇ ਇਹ ਜਿਹੜਾ ਇਹਦਾ ਪਿਛੋਕੜ 'ਚ ਜੇ ਅਸੀਂ ਜਾਈਏ, ਪਹਿਲਾਂ 1947 'ਚ ਬਹੁਤ ਕੁਝ ਵਾਪਰਿਆ ਪੰਜਾਬ 'ਚ। ਘੱਟ ਗਿਣਤੀਆਂ ਦੀ ਗੱਲ ਵੀ ਹੁੰਦੀ ਰਹੀ, ਉਸ ਤੋਂ ਬਾਅਦ ਜਿਹੜੀ ਮੈਜੋਰਟੇਰੀਅਨ ਸਟੇਟ ਦੀ ਵੀ ਗੱਲ ਹੁੰਦੀ ਰਹੀ, ਬਹੁਤ ਗਿਣਤੀ ਦੀ ਆਪਣੀ ਗੱਲ ਆਉਂਦੀ ਰਹੀ। ਪਰ ਹੌਲੀ ਹੌਲੀ ਅਸੀਂ ਦੇਖਦੇ ਹਾਂ ਕਿ ਇਸ ਦੇਸ਼ ਦੇ ਅੰਦਰ ਘੱਟ ਗਿਣਤੀਆਂ ਪ੍ਰਤੀ ਜਿਹੜਾ ਵਤੀਰਾ ਸੀਗਾ, ਉਸ ਦੇ ਵਿੱਚ ਕਿਸ ਤਰ੍ਹਾਂ ਦੇ ਬਦਲਾਅ ਵੀ ਆਏ, ਉਤਰਾਅ ਵੀ ਆਏ, ਚੜ੍ਹਾਅ ਵੀ ਆਏ। ਤਾਂ ਜਿਹੜਾ 1984 ਦਾ ਬਲੂ ਸਟਾਰ ਆਪਰੇਸ਼ਨ ਹੋਇਆ ਜਾਂ ਉਸ ਤੋਂ ਪਹਿਲਾਂ ਦੀਆਂ ਜਿਹੜੀਆਂ ਘਟਨਾਵਾਂ, ਉਹ ਤੁਹਾਡੀ ਦ੍ਰਿਸ਼ਟੀ 'ਚ ਕਿਸ ਤਰ੍ਹਾਂ ਤੁਸੀਂ ਉਸ ਨੂੰ ਦੇਖਦੇ ਹੋ ਤੇ ਇਹ ਸਾਰਾ ਕੁਝ ਇਸ ਮੁਕਾਮ ਤੱਕ ਕਿੱਦਾਂ ਪਹੁੰਚਿਆ? ਸਭ ਤੋਂ ਪਹਿਲੀ ਤਾਂ ਗੱਲ ਇਹ ਹੈ ਵੀ ਦਰਬਾਰ ਸਾਹਿਬ ਉੱਤੇ ਜਿਹੜਾ ਇਸ ਕਿਸਮ ਦਾ ਸਿੱਧਾ ਡਾਇਰੈਕਟ ਫੌਜੀ ਹਮਲਾ ਹੋਇਆ, ਇਹ ਕੋਈ 250 ਸਾਲ ਬਾਅਦ ਹੋਇਆ। ਅਹਿਮਦ ਸ਼ਾਹ ਅਬਦਾਲੀ ਨੇ 1762-64 ਵਿੱਚ 2 ਹਮਲੇ ਕੀਤੇ ਸੀਗੇ ਤੇ ਉਸ ਤੋਂ ਬਾਅਦ ਇਹ ਵੇਖ ਲਓ ਹੁਣ 64 ਤੋਂ ਬਾਅਦ ਫਿਰ 84 ਆ ਗਿਆ। 1764 ਤੋਂ ਬਾਅਦ 1984 ਆ ਗਿਆ, ਤਾਂ 220 ਸਾਲ ਤਕਰੀਬਨ ਬਣਦੇ ਆ। ਤੇ ਇੰਨੇ ਸਾਲਾਂ ਬਾਅਦ ਇਹ ਜਾ ਕੇ ਹੋਇਆ ਤੇ ਆਪਣੇ ਆਪ 'ਚ ਵੱਡੀ ਗੱਲ ਸੀ ਵੀ ਇਹੋ ਜਿਹੀਆਂ ਕਿਹੜੀਆਂ ਪ੍ਰਸਥਿਤੀਆਂ ਬਣ ਗਈਆਂ ਜਿਹੜੀਆਂ ਉਹ ਵਿਚਕਾਰ ਨਹੀਂ ਸੀ ਹੋਈਆਂ। ਅੰਗਰੇਜ਼ਾਂ ਦਾ ਰਾਜ ਵੀ ਆਇਆ, ਐਂਗਲੋ ਵਾਰ ਵੀ ਹੋਏ, ਸਾਰੇ ਐਂਗਲੋ ਸਿੱਖ ਵਾਰ ਵੀ ਹੋਏ। ਇਹ ਗੱਲ ਕੀ ਹੋਈ ਵੀ ਕਿਉਂ ਇਹ ਸਾਰਾ ਸਥਿਤੀ ਫੇਰ ਮੁੜ ਕੇ ਖੜੀ ਹੋ ਗਈ, ਨਾਲੇ ਇੰਨੇ ਸਾਲਾਂ ਬਾਅਦ? ਇਸ ਕਰਕੇ ਇਹ ਹੁਣ ਕੋਈ ਛੋਟਾ ਮਸਲਾ ਤਾਂ ਹੈ ਨਹੀਂ, ਕਿਉਂਕਿ ਸਿੱਖਾਂ ਨੇ ਅਹਿਮਦ ਸ਼ਾਹ ਅਬਦਾਲੀ ਵਾਲੀ ਗੱਲ ਨੂੰ ਅੱਜ ਤੱਕ ਭੁੱਲੇ ਨਹੀਂ। ਹਿਸਟਰੀ ਵਿੱਚ ਕੋਈ ਭੁੱਲਦਾ ਨਹੀਂ ਹੁੰਦਾ। ਹਿਸਟਰੀ 'ਚ ਇਹ ਕਾਫੀ ਵੱਡਾ ਜ਼ਖਮ ਹੈ ਹਿਸਟਰੀ ਦਾ। ਇਹ ਹਿਸਟਰੀ ਦੇ ਵਿੱਚ ਜਾਂ ਸਿੱਖਾਂ ਦੀ ਮਾਨਸਿਕਤਾ ਤੇ ਲੱਗਿਆ, ਇਸ ਕਰਕੇ ਭੁੱਲਣ ਵਾਲੀ ਗੱਲ ਨਹੀਂ। ਇਹਨਾਂ ਨੇ ਜਿਹੜਾ ਸ਼ਬਦ ਵੀ ਦਿੱਤਾ ਘੱਲੂਘਾਰਾ, ਇਸੇ ਕਰਕੇ ਦਿੱਤਾ। ਘੱਲੂਘਾਰੇ ਦਾ ਮਤਲਬ ਹੁੰਦਾ ਵੀ ਤੁਹਾਡਾ ਕੋਈ ਬਰਾਬਰ ਦਾ ਮੁਕਾਬਲਾ ਨਹੀਂ, ਤੁਹਾਡੇ ਤੇ ਇੱਕ ਬਹੁਤ ਵੱਡੀ ਧਿਰ ਆ ਕੇ ਤੁਹਾਡਾ ਬਹੁਤ ਵੱਡਾ ਨੁਕਸਾਨ ਕਰ ਜਾਂਦੀ ਹੈ, ਜਾਂ ਤੁਸੀਂ ਲੜਨ ਦੀ ਪੋਜੀਸ਼ਨ 'ਚ ਉਸ ਕਿਸਮ ਦੇ ਨਹੀਂ ਹੁੰਦੇ, ਜਾਂ ਹਥਿਆਰ ਤੋਂ ਬਗੈਰ ਵੀ ਹੁੰਦੇ ਆ। ਕੁਝ ਬੰਦੇ ਤੁਹਾਡੇ 'ਚ ਨਾਨ ਕੰਬੈਟੈਂਟ ਹੁੰਦੇ ਆ, ਵੀ ਜਿਹੜੇ ਲੜਦੇ ਨਹੀਂ ਹੁੰਦੇ, ਆਮ ਸਿਵਲੀਅਨ ਹੁੰਦੇ ਆ। ਉਹਨਾਂ ਤੇ ਆ ਕੇ ਫਿਰ ਜਦੋਂ ਮਾਰ ਮਰਾਈ ਹੋ ਜਾਂਦੀ, ਉਹਨਾਂ ਦੀ ਸਿੱਖ ਹੋਣ ਕਰਕੇ ਜਾਂ ਇੱਕ ਵੱਖਰੀ ਕਮਿਊਨਿਟੀ ਦਾ ਹੋਣ ਕਰਕੇ, ਉਦੋਂ ਫਿਰ ਇਸ ਨੂੰ ਸਿੱਖ ਮਾਨਸਿਕਤਾ, ਸਿੱਖ ਹਿਸਟਰੀ ਵਿੱਚ ਉਹਨੂੰ ਘੱਲੂਘਾਰਾ ਕਹਿੰਦੇ ਆ।
ਤੇ ਉਹ 2 ਘੱਲੂਘਾਰੇ ਪਹਿਲਾਂ ਹੋਏ ਸੀ, ਇਹ ਤੀਜਾ ਘੱਲੂਘਾਰਾ। ਉਹ ਵੀ ਪਹਿਲਾਂ ਅਹਿਮਦ ਸ਼ਾਹ ਅਬਦਾਲੀ ਦੇ ਦਿਨਾਂ ਦੇ ਘੱਲੂਘਾਰੇ ਹੋਏ ਵੇ ਆ, ਇੱਕੋ ਤੋਂ ਪਹਿਲਾਂ ਇੱਕ ਅਹਿਮਦ ਸ਼ਾਹ ਅਬਦਾਲੀ ਵੇਲੇ, ਤੇ ਇਹ ਤੀਜਾ ਘੱਲੂਘਾਰਾ ਹੋਇਆ। ਅੱਛਾ, ਘੱਲੂਘਾਰੇ ਦੀ ਹੈਰਾਨੀ ਗੱਲ ਇਹ ਹੈ ਵੀ ਇਹ ਜਿਹੜਾ ਤੀਜਾ ਘੱਲੂਘਾਰਾ 84 ਵਾਲਾ ਹੋਇਆ, ਇਹ ਹੋਇਆ ਵੀ ਇਹ ਜਦੋਂ ਕਿ ਭਾਰਤ ਆਜ਼ਾਦ ਹੋਇਆ। ਆਜ਼ਾਦੀ ਲਈ ਸਿੱਖਾਂ ਦੀਆਂ ਕਾਫੀ ਵੱਡੀਆਂ ਕੁਰਬਾਨੀਆਂ ਦਿੱਤੀਆਂ ਉਹਨਾਂ ਨੇ, ਕੁਝ ਆਪਦੀ ਪਾਪੂਲੇਸ਼ਨ ਦੇ ਨਾਲੋਂ ਉਸ ਪ੍ਰਪੋਰਸ਼ਨ ਤੋਂ ਕਿਤੇ ਜ਼ਿਆਦਾ ਦਿੱਤੀਆਂ। ਅੱਛਾ, ਦੂਸਰੀ ਗੱਲ ਇਹ, ਤੁਸੀਂ ਆਜ਼ਾਦੀ ਲਈ ਕੁਰਬਾਨੀਆਂ ਦੇਣ ਤੋਂ ਬਾਅਦ ਆਜ਼ਾਦ ਮੁਲਕ ਰਹਿੰਦੇ ਹੋਵੋ ਤੇ ਆਜ਼ਾਦ ਮੁਲਕ ਵਿੱਚ ਇਹ ਸਾਰੀ ਗੱਲ ਹੋ ਜੇ ਤਾਂ ਫਿਰ ਇਸ ਨੂੰ ਥੋੜਾ ਜਿਹਾ ਸਾਨੂੰ ਪੋਲੀਟੀਕਲ ਲੈਵਲ ਤੋਂ ਇਹ ਤਾਂ ਬਿਲਕੁਲ ਠੀਕ ਹੈ ਤੁਹਾਡੀ ਗੱਲ, ਪਰ ਇਹ ਪਿਛੋਕੜ 'ਚ ਇੱਥੇ ਪਹੁੰਚੀ ਕਿੱਦਾਂ ਗੱਲ ਇਸ ਪੜਾਅ ਦੇ ਉੱਤੇ? ਕਿਉਂਕਿ ਦੇਖੋ, ਪਹਿਲਾਂ ਦੇਸ਼ ਦੀ ਵੰਡ ਹੁੰਦੀ ਹੈ, ਉਦੋਂ ਵੀ ਪੰਜਾਬ ਦੀ ਵੰਡ ਹੋ ਜਾਂਦੀ ਹੈ, ਫਿਰ ਉਸ ਤੋਂ ਬਾਅਦ ਪੰਜਾਬੀ ਸੂਬੇ ਦੀ ਗੱਲ ਆਉਂਦੀ ਹੈ। 1966 'ਚ ਪੰਜਾਬੀ ਸੂਬੇ ਦਾ ਮੋਰਚਾ ਲੱਗਦਾ, ਉਹ ਸਫਲ ਹੋ ਜਾਂਦਾ, ਪੰਜਾਬੀ ਸੂਬਾ ਵੀ ਬਣ ਜਾਂਦਾ। ਉਸ ਤੋਂ ਬਾਅਦ ਕਿਹੜੀਆਂ ਐਸੀਆਂ ਗੱਲਾਂ ਰਹਿ ਗਈਆਂ ਜਿੰਦੇ ਕਰਕੇ ਉਦੋਂ ਦਾ ਜਿਹੜਾ ਮੋਰਚਾ ਵੀ ਲੱਗਾ ਔਰ ਉਸ ਮੋਰਚੇ ਤੋਂ ਬਾਅਦ ਸਥਿਤੀ ਇਸ ਹੱਦ ਤੱਕ ਪਹੁੰਚੀ? ਦੇਖੋ, ਅਸੀਂ ਸਪਸ਼ਟ ਲੈਵਲ ਤੇ ਕਰੀਏ ਵੀ ਜਿਹੜਾ 1947 ਦਾ ਜੇ ਵਿੱਚ ਟ੍ਰਾਂਸਫਰ ਆਫ ਪਾਵਰ ਹੋਈ ਆ ਕਾਂਗਰਸ ਕੋਲੇ ਤੇ ਮੁਸਲਿਮ ਲੀਗ ਕੋਲੇ ਹੋਈ ਆ, ਜਾਂ ਪਾਰਟੀਸ਼ਨ ਹੋਈ ਆ, ਬਹੁਤ ਪਰ ਉਹਦੇ ਸਿਰਫ ਵੰਡ ਤਾਂ ਹੋਈ ਨਾ, ਵੰਡ ਤਾਂ ਪੰਜਾਬ ਦੀ ਹੋਈ। ਬਲਕਿ ਟ੍ਰਾਂਸਫਰ ਆਫ ਪਾਵਰ ਦਾ ਮਤਲਬ ਇਹ ਵੀ ਹੈ ਵੀ ਤੁਸੀਂ ਪਾਵਰ ਕਿਹਨੂੰ ਦੇ ਕੇ ਗਏ ਹੋ? ਕਾਂਗਰਸ ਨੂੰ ਪਾਵਰ ਦੇ ਕੇ ਗਏ ਤੇ ਮੁਸਲਿਮ ਲੀਗ ਕੋਲੇ ਪਾਵਰ ਚਲੀ ਗਈ ਹੈ। ਦੋ ਪਾਰਟੀਆਂ ਕੋਲੇ ਪਾਵਰ ਚਲੀ ਗਈ। ਕੋਈ ਪਾਵਰ ਦਾ ਡੈਮੋਕ੍ਰੈਟਿਕ ਤਰੀਕੇ ਨਾਲ ਕੋਈ ਹੋਰ ਸਰੂਪ ਤਾਂ ਬਣਿਆ ਨਹੀਂ, ਹੈਂਡਓਵਰ ਹੋਈ ਹੈ, ਸਿਸਟਮੈਟਿਕਲੀ ਹੈਂਡਓਵਰ ਹੋਈ ਹੈ। ਤੇ ਇਸ ਕਰਕੇ ਕੀ ਹੋਇਆ ਵੀ ਉਸ ਤੋਂ ਬਾਅਦ ਪਾਵਰ ਟ੍ਰਾਂਸਫਰ ਹੋਣ ਵੇਲੇ ਜਿਹੜਾ ਸਿੱਖਾਂ ਨੂੰ ਅਕਮੋਡੇਟ ਕਰਨਾ ਸੀ, ਇੱਕ ਤੀਜੀ ਧਿਰ ਸੀ ਤੇ ਛੋਟੀ ਧਿਰ ਸੀ ਬਹੁਤ, ਕੋਈ ਇਹਦੇ 'ਚ ਕੋਈ ਸ਼ੱਕ ਨਹੀਂ, ਕਿਤੇ ਮੈਜੋਰਿਟੀ ਨਹੀਂ ਸੀ ਬਣਦੀ। ਉਹਨੇ ਛੋਟੇ ਲੈਵਲ ਤੇ ਅਸੀਂ ਕਹਿ ਸਕਦੇ ਹਾਂ 2-3 ਐਫਰਟਸ ਹੋਈਆਂ। ਆਜ਼ਾਦ ਪੰਜਾਬ ਬਣਾਉਣ ਦੀ ਗੱਲ ਹੋਈ ਸੈਂਟਰਲ ਪੰਜਾਬ, ਜਿਹਦੇ ਵਿੱਚ ਇਹ ਬਣਦਾ ਸੀ ਵੀ ਇੱਥੇ ਪਾਰਟੀਸ਼ਨ ਵੀ ਬਾਜੂਗੀ ਤੇ ਇੱਥੇ ਮੁਸਲਮਾਨਾਂ ਦੀ ਹਿੰਦੂ ਸਿੱਖਾਂ ਦੀ ਇੱਕ ਖਾਸ ਕਿਸਮ ਦਾ ਤਵਾਜ਼ਨ ਤਿਆਰ ਹੋ ਜਾਂਦਾ ਸੀਗਾ, ਜਿਹਦੇ ਵਿੱਚ ਕੋਈ ਵੀ ਫਿਰਕਾ ਇੱਕ ਦੂਜੇ ਤੇ ਹਾਵੀ ਨਹੀਂ ਸੀ ਹੁੰਦਾ। ਇੱਕ ਇਹ ਪ੍ਰਪੋਜ਼ਲ ਬਣੀ ਸੀ। ਤੀਜੀ ਪ੍ਰਪੋਜ਼ਲ ਇਹ ਵੀ ਸੀਗੀ ਵੀ ਜਿਹੜੇ ਸਿੱਖ ਹੈ ਉਹ ਪਾਕਿਸਤਾਨ ਵੱਲ ਚਲੇ ਜਾਣ, ਪਰ ਉਹ ਸਾਰਾ ਕੁਝ ਨਾ ਹੋਇਆ। ਵੱਖਰਾ ਤਾਂ ਬਣ ਨਹੀਂ ਸਕਦਾ ਸੀ ਕਿਉਂਕਿ ਮੋਗਾ ਤਹਿਸੀਲ ਵਿੱਚ ਸਿੱਖ ਬਹੁਮਤ ਸੀਗੇ ਤੇ ਤਰਨਤਾਰਨ ਵਿੱਚ ਸੀ, 2 ਥਾਵਾਂ ਤੇ ਉਹ ਆਪਸ ਵਿੱਚ ਵੀ ਕੋਈ ਜੁੜੇ ਹੋਏ ਨਹੀਂ ਸੀਗੇ। ਇਸ ਕਰਕੇ ਇਹ ਜਿਹੜੀ ਇਹ ਜਿਹੜਾ ਸਿੱਖ ਇਧਰਲੇ ਪਾਸੇ ਆ ਗਏ ਤਾਂ ਉਹਦੇ ਵਿੱਚ ਕਰਨ ਵੇਲੇ ਸਾਰੀ ਪੋਲੀਟੀਕਲ ਸਿਸਟਮ ਇਹ ਹੋਇਆ ਵੀ ਵੱਧ ਤੋਂ ਵੱਧ ਪਾਕਿਸਤਾਨ ਨਾਲ ਆਪਦਾ ਹਿੱਸਾ ਬਣਾਉਣ ਦੀ ਕੋਸ਼ਿਸ਼ ਵਿੱਚ ਸੀ ਤੇ ਇੰਡੀਆ ਵੱਧ ਤੋਂ ਵੱਧ ਆਪਦੇ ਕੋਲੇ ਰੱਖਣ ਦੇ ਸੀ। ਇਹਦੇ ਵਿੱਚ ਜਿਹੜੀ ਪਾਰਟੀਸ਼ਨ ਹੋਈ ਉਹਦੇ ਵਿੱਚ ਕਾਫੀ ਕਸ਼ਮਕਸ਼ ਦੇ ਪਿੱਛੇ ਤੇ ਲੜਾਈਆਂ ਵੀ ਹੋਈਆਂ ਤੇ ਜਿਹੜੀ ਮਾਰ ਧਾੜ ਹੋਈ ਸਾਰੀ, ਜਿਹਦੇ ਚ 10 ਲੱਖ ਬੰਦਾ ਮਾਰਿਆ ਗਿਆ, 1 ਕਰੋੜ ਬੰਦਾ ਘਰੋਂ ਬੇਘਰ ਹੋਇਆ। ਉਹ ਸਾਰਾ ਪੋਲੀਟੀਕਲ ਸਾਰਾ ਸੀਗਾ ਵੀ ਇਹ ਸਾਡੇ ਕੋਲ ਆ ਹਿੱਸਾ ਆ ਜੇ, ਸਾਡੇ ਕੋਲ ਆ ਹਿੱਸਾ ਆ ਜੇ, ਅਸੀਂ ਇਹਦੇ ਤੇ ਕਬਜ਼ਾ ਕਰ ਲਈਏ, ਕਸ਼ਮੀਰ ਆ ਜੇ, ਹੋਰ ਸਾਡੇ ਕੋਲੇ ਅਸਾਮ ਆ ਜੇ। ਉਹਨਾਂ ਦਾ ਇਹ ਸੀ ਸਾਰਾ ਮੁਸਲਿਮ ਲੀਗ ਦਾ, ਇਹਨਾਂ ਦਾ ਇਹ ਸੀ ਵੀ ਇਹਨਾਂ ਨੂੰ ਘੱਟ ਤੋਂ ਘੱਟ ਛੋਟੇ ਤੋਂ ਛੋਟਾ ਇਲਾਕਾ ਛੱਡਿਆ ਜਾਵੇ, ਇੱਕ ਫੇਲਡ ਸਟੇਟ ਹੋਵੇ ਪਾਕਿਸਤਾਨ, ਕੋਈ ਵਾਇਬਲ ਸਟੇਟ ਨਾ ਬਣੇ। ਇਸ ਕਿਸਮ ਦੇ ਆਪਸ ਵਿੱਚ ਦੀ ਕਸ਼ਮਕਸ਼ ਦੇ ਵਿੱਚ ਫਿਰ ਇਹ ਜਿਹੜੀ ਮਾਰ ਮਰਾਈ ਹੋਈ ਉਹ ਸ਼ੁਰੂ ਹੋਈ ਤੇ ਸਿੱਖ ਵੀ ਇਸ ਸਾਰੀ ਮਾਰ ਮਰਾਈ ਵਿੱਚ ਇਧਰਲੇ ਪਾਸੇ ਸ਼ਾਮਲ, ਇੰਡੀਆ ਵਾਲੇ ਪਾਸੇ ਹੋਏ। ਉਹਦੇ ਵਿੱਚ ਨੁਕਸਾਨ ਇਹਨਾਂ ਦਾ ਬਹੁਤ ਵੱਡਾ ਹੋਇਆ, ਇਹ ਚਲੋ ਇਹ ਵੱਖਰੀ ਗੱਲ। ਪਰ ਇਹ ਹੈ ਵੀ ਇੱਧਰ ਆ ਕੇ ਇਹਨਾਂ ਨੂੰ ਤੁਰਤੇ ਲੱਗਿਆ ਵੀ ਜਿਵੇਂ ਠੱਗੇ ਗਏ ਹੁੰਦੇ ਆ ਤੇ ਇਹਨਾਂ ਨੂੰ ਪੋਲੀਟੀਕਲੀ ਅਕਮੋਡੇਟ ਨਹੀਂ ਕੀਤਾ ਗਿਆ। ਉਹ ਜਿਹੜਾ ਉਹਦੇ ਸਭ ਅਸੀਂ ਦੇਖਦੇ ਹਾਂ ਕਿ 1957 ਤੱਕ ਤਾਂ ਕਾਂਗਰਸ ਨਾਲ ਰਲ ਕੇ ਵੀ ਚੋਣਾਂ ਲੜਦੇ ਰਹੇ ਨਾ ਅਕਾਲੀ ਦਲ। ਲੜਕੇ ਨਹੀਂ ਰਲ ਗਿਆ, ਬਹੁਤ ਅਸਲ ਵਿੱਚ ਕਸ਼ਮਕਸ਼ ਚੱਲਦੀ ਰਹੀ। ਬਾਰੇ ਕੋਸ਼ਿਸ਼ ਹੋਈ ਇਹਨਾਂ ਦੀ ਵੀ ਚਲੋ ਹੁਣ ਅਸੀਂ ਬੱਸ ਤਾਂ ਮਿਸ ਕਰ ਗਏ ਆ, ਚਲੋ ਹੁਣ ਕੋਈ ਹੋਰ ਤਰੀਕਾ ਕਰ ਲਈਏ। ਉਹਦੇ ਵਿੱਚ ਕਾਂਗਰਸ ਕਹਿੰਦੇ ਨੇ ਤੁਸੀਂ ਸਾਡੇ ਨਾਲ ਆਓ, ਅਸੀਂ ਆਹ ਕਰਾਂਗੇ। ਇਸ ਕਿਸਮ ਦੇ ਲਾਰੇ ਹੋ, ਮੈਂ ਜ਼ਿਆਦਾ ਡਿਟੇਲ 'ਚ ਨਹੀਂ ਜਾਣਾ ਚਾਹੁੰਦਾ। ਉਹ ਜਿਹੜੇ ਕੋਈ ਇਹ ਨਹੀਂ ਹੋਇਆ ਵੀ ਆਪਸ ਵਿੱਚ ਦੀ ਫਰਕ ਨਹੀਂ ਸੀ, ਫਰਕ ਤਾਂ ਆਪਸ ਵਿੱਚ ਦੀ 48 'ਚ ਹੀ ਪੈ ਗਿਆ ਸੀ। ਮਾਸਟਰ ਤਾਰਾ ਸਿੰਘ ਨੂੰ ਪ੍ਰੀਵੈਂਟਿਵ ਜਿਹੜਾ ਡਿਟੈਂਸ਼ਨ ਕੀਤੀ, ਜਿਹੜੀ ਉਹਦੀ ਸਭ ਤੋਂ ਪੀਡੀ ਐਕਟ ਦੇ ਥੱਲੇ ਉਹ ਫੜਿਆ, ਸਭ ਤੋਂ ਪਹਿਲਾਂ ਦਿੱਲੀ ਜਾਂਦੇ ਜਾਂ ਉਹਨੂੰ ਫੜਿਆ। ਪਹਿਲੀ ਅਰੈਸਟ ਜੇ ਹੋਈ ਹੈ ਕਿਸੇ ਅਕਾਲੀ ਲੀਡਰ ਦੀ, ਮਾਸਟਰ ਤਾਰਾ ਸਿੰਘ ਦੀ, ਉਹ ਤਾਂ 48 'ਚ ਹੀ ਹੋਈ ਹੈ। ਉਹ ਤਾਂ ਹਜੇ ਕਿਤੇ ਦੇਸ਼ 'ਚ ਕੋਈ ਆਜ਼ਾਦੀ ਤੋਂ ਬਾਅਦ ਕੋਈ ਅਰੈਸਟ ਨਹੀਂ ਸੀ ਹੋਈ ਲੋਕਲ ਲੀਡਰ ਦੀ ਕਿਸੇ ਵੀ ਥਾਂ ਤੇ।
ਇਸ ਕਰਕੇ ਕਨਸੈਂਟਰੇਸ਼ਨ ਤਾਂ ਚੱਲਦੀ ਸੀ, ਪਰ ਉਹ ਮਜਬੂਰੀਆਂ ਇਹ ਸੀ ਇਸ ਕਿਸਮ ਦੀਆਂ ਵੀ ਇਹਨਾਂ ਨੂੰ ਕੋਈ ਰਸਤਾ ਨਹੀਂ ਦਿੰਦਾ, ਕਦੇ ਜੁੜ ਜਾਂਦੇ ਸੀ ਨਾਲ, ਕਦੇ ਵੱਖਰੇ ਹੋ ਜਾਂਦੇ ਸੀ। ਅਖੀਰ ਫਿਰ 56 ਚ ਇਹ ਵੱਖਰੇ ਹੋ ਗਏ, 56 ਤੱਕ ਲਾਸਟ ਸੀ। ਇਹ ਨਹੀਂ ਹੋਈਆਂ ਬੜੀਆਂ ਵੀ ਇਹਨਾਂ 'ਚ ਕੋਈ ਫਰਕ ਨਹੀਂ ਸੀ। 58 56 48 ਤੋਂ ਲੈ ਕੇ 56 ਤੱਕ 8 ਸਾਲਾਂ ਤੱਕ ਇਸ ਕਿਸਮ ਦੀ ਕਸ਼ਮਕਸ਼ ਚੱਲਦੀ ਰਹੀ। ਅੱਛਾ, ਇਹ ਅਸੀਂ ਬਾਕੀ ਫਿਰ ਉਦੋਂ ਪਿੱਛੋਂ ਜਿਹੜਾ ਪੰਜਾਬੀ ਸੂਬਾ ਵੀ ਇਹ ਹੋਇਆ ਵੀ ਨਹਿਰੂ ਕਹਿੰਦਾ ਮੇਰੇ ਮੈਂ ਨਹੀਂ ਵੰਡ ਦਿੰਦਾ, ਜਿੰਨਾ ਚਿਰ ਜਿਉਂਦਾ ਉਹਨੇ ਵੰਡ ਵੀ ਨਹੀਂ ਦਿੱਤਾ। ਇਹ ਕਸ਼ਮਕਸ਼ ਵਿੱਚੋਂ ਫਿਰਕੇ ਦੋ ਹੋਏ। ਬੇਸਿਕ ਗੱਲ ਤਾਂ ਇਹ ਆ ਵੀ ਡਿਵਾਈਡ ਐਂਡ ਰੂਲ ਦੀ ਜਿਹੜੀ ਪਾਲਿਸੀ ਅੰਗਰੇਜ਼ਾਂ ਦੀ ਸੀ ਉਹ ਬਦਲੀ ਨਹੀਂ ਆ ਕੇ, ਜਦੋਂ ਇੰਡੀਅਨ ਸਟੇਟ ਆ ਜਿਹੜੀ ਉਵੇਂ ਦੀ ਉਵੇਂ ਆ ਕੇ ਟਰਾਂਸਫਰ ਹੋ ਗਈ ਦਿੱਲੀ ਕਾਂਗਰਸ ਕੋਲੇ, ਕਾਂਗਰਸ ਲੀਡਰਾਂ ਕੋਲੇ। ਉਹਨਾਂ ਦੇ ਉਹੀ ਜਿਹੜੇ ਇੰਟਰਨਲ ਮੈਕੈਨਿਜ਼ਮ ਸੀ ਸਾਰਾ ਰਾਜ ਕਰਨ ਦਾ, ਡਿਵਾਈਡ ਐਂਡ ਰੂਲ ਵਾਲਾ, ਉਹ ਕਾਇਮ ਰਿਹਾ ਸਾਰਾ ਕੁਝ। ਤੁਹਾਡਾ ਕਹਿਣ ਦਾ ਮਤਲਬ ਇਹ ਕਿ ਸਟੇਟ ਦੀ ਜਿਸ ਤਰ੍ਹਾਂ ਦੀ ਸਟੇਟ ਅੰਗਰੇਜ਼ਾਂ ਕੋਲ ਸੀ ਉਹ ਉਸ ਤਰ੍ਹਾਂ ਹੀ ਇਹਨਾਂ ਨੂੰ ਫੜਾ ਗਏ ਤੇ ਉਹਦੀ ਕੋਈ ਇੰਡੀਅਨ ਕੰਡੀਸ਼ਨ ਦੇ ਮੁਤਾਬਕ ਓਵਰਹਾਲਿੰਗ ਨਹੀਂ ਹੋਈ। ਓਵਰਹਾਲਿੰਗ ਦਾ ਇਹ ਮਤਲਬ ਕਹਿਣ ਦਾ ਮਤਲਬ ਸ਼ਾਰਟ ਚ ਇੰਨਾ ਹੈ ਵੀ ਕਮ ਸੇ ਕਮ ਇੱਕ ਛੋਟੀ ਜਿਹੀ ਕਮਿਊਨਿਟੀ ਹੈ 2%, ਤੇ ਉਸ ਨੂੰ ਅਸੀਂ ਪੋਲੀਟੀਕਲੀ ਕਮੋਡੇਟ ਕਿਵੇਂ ਕਰੀਏ, ਇਹ ਕਰਨਾ ਚਾਹੀਦਾ ਜਾਂ ਬਣਦਾ ਸੀ ਕਰਨਾ ਉਹਨਾਂ ਦਾ। ਇਹਦੀ ਬਜਾਏ ਉਹ ਪੰਜਾਬ ਪ੍ਰੋਬਲਮ ਲੈਵਲ ਤੇ ਪੇਸ਼ ਕਰਦੇ ਰਹੇ। ਮੈਂ ਉਦੋਂ ਦਾ ਸਾਰਾ ਪ੍ਰੈਸ ਵੀ ਦੇਖਿਆ, ਜਿਹੜਾ ਟ੍ਰਿਬਿਊਨ ਦਾ ਐਡੀਟਰ ਸੀ, ਇਹ ਉਦੋਂ ਸਟੇਟਸਮੈਨ ਦਾ ਐਡੀਟਰ ਸੀ ਜਿਹੜਾ ਪ੍ਰੇਮ ਭਾਟੀਆ ਦੇ ਮੈਂ ਐਡੀਟੋਰੀਅਲ ਦੇਖੇ, ਉਹਨਾਂ 'ਚ 48 48 49 ਦੇ ਵਿੱਚ, ਤੇ ਉਹ ਸਲਾਹ ਦਿੰਦਾ ਨਹਿਰੂ ਨੂੰ ਵੀ ਇਹ ਪ੍ਰੋਬਲਮ ਨੂੰ ਪੰਜਾਬ ਦੀ ਨੂੰ ਕਿਵੇਂ ਸਾਲਵ ਕਰਨਾ। ਬੇਸਿਕਲੀ ਇੱਥੇ ਤਿੰਨ ਜਿਹੜੇ ਸੀਗੇ। ਅਸਲ 'ਚ ਕਿਤੇ ਨਾ ਕਿਤੇ ਸਿੱਧੂ ਸਾਹਿਬ ਗੱਲ ਇਹ ਲੱਗਦੀ ਹੈ ਜਿਹੜੀ ਤੁਸੀਂ ਕਰ ਰਹੇ ਹੋ, ਉਹਦੇ ਵਿੱਚੋਂ ਸਵਾਲ ਇਹ ਉੱਠਦਾ ਹੈ ਕਿ ਮਤਲਬ ਪੰਜਾਬ ਜਦੋਂ ਵੰਡ ਤੋਂ ਬਾਅਦ ਪੰਜਾਬ ਨੂੰ ਸ਼ੁਰੂ ਤੋਂ ਹੀ ਇੱਕ ਪ੍ਰੋਬਲਮ ਵਜੋਂ ਹੀ ਦੇਖਿਆ ਗਿਆ। ਪ੍ਰੋਬਲਮ ਬਿਲਕੁਲ ਠੀਕ ਸਮਝਿਆ ਤੁਸੀਂ। ਇਹੀ ਗੱਲ ਮੈਂ ਕਹਿਣਾ ਚਾਹੁੰਦਾ। ਪ੍ਰੋਬਲਮ ਵੱਲੋਂ ਪ੍ਰੈਸ ਦੇ ਐਡੀਟੋਰੀਅਲ ਮੈਂ ਉਹਨਾਂ ਦਿਨਾਂ ਦੇ ਸਾਰੇ 48 48 49 ਦੇ ਪੜ੍ਹੇ ਆ, ਪ੍ਰੋਬਲਮ ਲੈਵਲ ਤੇ ਪੇਸ਼ ਕਰਦਾ ਸੀ। ਮੈਨੂੰ ਇਸ ਗੱਲ ਦੀ ਹੈਰਾਨੀ ਹੈ ਵੀ ਉਦੋਂ ਪਿੱਛੋਂ ਇਹ ਕਹਿਣਾ ਚਾਹੀਦਾ ਸੀ ਵੀ ਇਹਨਾਂ ਦੀ ਆਹ ਡਿਮਾਂਡ ਹੈ, ਅਕਮੋਡੇਟ ਕਰੀਏ ਪੋਲੀਟੀਕਲੀ। ਤੋਂ ਬਾਅਦ ਸਿੱਧਾ ਫਿਰ ਗੱਲ ਤਾਂ ਇਹ ਤੁਹਾਡੀ ਗੱਲ ਤੋਂ ਅੱਗੇ ਤੁਰਦੀ ਹੈ ਕਿ ਜਦੋਂ ਇੱਕ ਗੱਲ ਨੂੰ ਆਪਾਂ ਮਾਨੀ ਸਮੱਸਿਆ ਲਿਆ ਕਿ ਇਹ ਪ੍ਰੋਬਲਮ ਇੱਥੇ ਇਹਨੂੰ ਹੱਲ ਕਰਨਾ, ਉਹਦੇ ਹੱਲ ਦੇ ਲਈ ਜਿਹੜੇ ਯਤਨ ਹੁੰਦੇ ਗਏ, ਅਲਟੀਮੇਟਲੀ ਉਹ ਯਤਨ ਕਿਤੇ ਸਫਲ ਨਹੀਂ ਹੋਏ ਤੇ ਉਹ ਟਕਰਾਅ 'ਚ ਬਦਲੇ 1984 ਟਕਰਾਅ 'ਚ ਬਦਲੇ ਗਏ। ਤੁਸੀਂ ਇਹ ਦੇਖੋ ਵੀ ਸਵਾਲ ਤਾਂ ਇਹ ਹੁੰਦਾ ਵੀ ਜੇ ਤੁਸੀਂ ਸਫਲ ਕਰਨਾ ਹੋਵੇ ਤਾਂ ਇੱਕ ਅਗਲਾ ਕਹਿੰਦਾ ਬਣਦੀ ਇਹਦੀ ਇੰਨੀ ਕੁ ਪੋਲੀਟੀਕਲ ਸਪੇਸ ਬਣਦੀ ਉਨੀ ਦੇਈਏ। ਉਹ ਤਾਂ ਬਿਲਕੁਲ ਉਹ ਕੋਸ਼ਿਸ਼ ਸਾਰੀ ਹੋਈ। ਇਹ ਹੋਇਆ ਵੀ ਇੱਥੋਂ ਦਾ ਜਿਹੜਾ ਸਿੱਖ ਕਲੇਮ ਕਰਦਾ ਸੀ ਸਾਡੀ ਕੰਟਰੀਬਿਊਸ਼ਨ ਹੈ ਇਸ ਦੇ ਵਿੱਚ ਭਾਰਤ ਦੀ ਆਜ਼ਾਦੀ ਲੈਣ ਦੇ ਵਿੱਚ, ਉਹ ਕਹਿੰਦੇ ਸੀ ਵੀ ਹੁਣ ਤੁਸੀਂ ਛੱਡੋ ਪੁਰਾਣੀਆਂ ਗੱਲਾਂ ਨੂੰ, ਹੁਣ ਤੁਸੀਂ ਵੀ ਇੱਕ ਸਿਟੀਜ਼ਨ ਹੋ ਤੇ ਇੱਕ ਯੂਪੀ ਦਾ ਬੰਦਾ ਵੀ ਇੱਕ ਸਿਟੀਜ਼ਨ ਹੈ, ਹੁਣ ਤੁਸੀਂ ਸਿਟੀਜ਼ਨ ਹੋ, ਡਾਕ ਰੱਖੋ, ਇਸ ਤੋਂ ਵੱਧ ਕੁਛ ਨਹੀਂ। ਉਹ ਤਾਂ ਵੋਟ ਦਾ ਅਧਿਕਾਰ ਹੈ, ਤੁਹਾਨੂੰ ਵੀ ਇੱਕ ਵੋਟ ਦਾ ਅਧਿਕਾਰ ਹੈ, ਇੱਕ ਬੰਦੇ ਨੂੰ ਇੱਕ ਵੋਟ ਦਾ ਅਧਿਕਾਰ ਹੈ, ਤੇ ਸਪੈਸ਼ਲ ਕੁਛ ਨਹੀਂ ਮਿਲੂਗਾ। ਤੇ ਇਹ ਬਾਕੀ ਤਾਂ ਇਹ ਹੋਇਆ ਵੀ ਫਿਰ ਬਿਗਨਿੰਗ ਤੋਂ ਹੀ ਜਿਹੜੀ ਨੇਸ਼ਨ ਨਹਿਰੂ ਨੂੰ ਪ੍ਰੋਬਲਮ ਇਹ ਸੀਗੀ ਕਿ ਦੇਸ਼ ਇਕੱਠਾ ਕਿਵੇਂ ਰੱਖਿਆ ਜਾਵੇ। ਉਹ ਇਕੱਠਾ ਰੱਖਣ ਵਾਲੀ ਗੱਲ ਦੇ ਵਿੱਚ ਇਹਨਾਂ ਦੇ ਜਿੱਥੇ ਵੀ ਲੱਗਦਾ ਸੀ ਵੀ ਆਹ ਖਿੱਤਾ ਬਾਹਰ ਨਾ ਨਿਕਲ ਜੇ, ਉਸ ਨੂੰ ਥੋੜਾ ਜਿਹਾ ਫੋਰਸ ਨਾਲ ਅੰਦਰ ਰੱਖਣ ਦੀ ਕੋਸ਼ਿਸ਼ ਕੀਤੀ, ਪੋਲੀਟੀਕਲੀ ਡਿਵਾਈਡ ਕਰਕੇ ਉਹਨਾਂ ਲੋਕਾਂ ਨੂੰ ਸ਼ੁਰੂ ਕੀਤੀ। ਕਿਉਂਕਿ ਪਹਿਲਾਂ ਹੀ ਅਕਾਲੀ ਦਲ ਦਾ ਜਿਹੜਾ ਪਹਿਲਾ ਲੋਟ ਸੀ ਆਜ਼ਾਦੀ ਤੋਂ ਪਹਿਲਾਂ ਵਾਲਾ, ਉਹ ਤਾਂ ਆਲਮੋਸਟ ਸਾਰੇ ਦਾ ਸਾਰਾ ਥੋੜੇ ਜਿਹੇ ਬੰਦੇ ਛੱਡ ਕੇ ਕਾਂਗਰਸ ਵਿੱਚ ਚਲਾ ਗਿਆ ਸੀਗਾ। ਜਿਸ ਸਵਰਨ ਸਿੰਘ ਇਹ ਗੱਲ ਮੇਰੇ ਖਿਆਲ ਆਪਣੇ ਕੋਲ ਟਾਈਮ ਵੀ ਸੀਮਤ ਹੈ, ਆਪਾਂ ਇਹਨੂੰ ਜਿਹੜਾ 1984 ਆਣ ਕੇ ਉਹਦੇ ਫੌਰੀ ਜਿਹੜੇ ਉੱਥੋਂ 1966 ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਪੰਜਾਬੀ ਸੂਬਾ ਬਣ ਗਿਆ। ਪੰਜਾਬੀ ਸੂਬੇ ਤੋਂ ਬਾਅਦ ਇਹ ਲੱਗਦਾ ਤਾਂ ਇਹ ਸੀਗਾ ਕਿ ਵੀ ਉਸ ਤੋਂ ਬਾਅਦ ਇੱਥੇ ਠੀਕ ਠਾਕ ਹੋਏਗਾ ਸਾਰਾ, ਜਿਹੜੀ ਸੋਚ ਸੀਗੀ ਜਾਂ ਜਿਹੜੀ ਸਮਝ ਸੀ। ਪਰ ਉਹਦੇ ਵਿੱਚ ਵੀ ਕਿਉਂਕਿ 1966 ਦੇ ਵਿੱਚ ਜਦੋਂ ਪੰਜਾਬੀ ਸੂਬਾ ਬਣਦਾ ਤਾਂ ਉਦੋਂ ਵੀ ਜਿਹੜੀ ਵੰਡ ਸੀਗੀ ਉਹ ਇਸ ਢੰਗ ਨਾਲ ਹੋਈ ਕਿ ਉਹ ਜਿਹੜੀ ਪ੍ਰੋਬਲਮ ਸੀ ਉਹਨੇ ਪ੍ਰੋਬਲਮ ਨੂੰ ਹੋਰ ਗੁੰਝਲਦਾਰ ਕੀਤਾ। ਹਾਂ ਬਿਲਕੁਲ। ਤੇ ਉਸ ਗੁੰਝਲ ਨੂੰ ਖੋਲਣ ਦੀ ਬਜਾਏ ਉਹ ਗੁੰਝਲ ਜਿਹੜੀ ਆ ਹੋਰ ਵੱਧਦੀ ਗਈ ਤੇ ਅਲਟੀਮੇਟਲੀ ਗੱਲ ਜਿਹੜੀ ਹੈ ਧਰਮ ਯੁੱਧ ਮੋਰਚੇ ਤੇ ਪਹੁੰਚੀ। ਅੱਛਾ, ਮੈਂ ਇੱਕ ਗੱਲ ਕਰਕੇ ਇੱਥੇ ਛੇਤੀ ਧਰਮ ਯੁੱਧ ਮੋਰਚੇ ਤੇ ਪਹੁੰਚ ਜਾਂਦੇ। ਪਹਿਲੀ ਗੱਲ, ਇਹ ਪੰਜਾਬੀ ਸੂਬਾ ਜਿਹੜਾ ਹੈ ਇਹ ਦਿੱਲੀ ਰੂਲਿੰਗ ਐਲੀਟ ਦੀ ਐਕਸਟੈਂਸ਼ਨ ਹੈ ਪੰਜਾਬ ਦੇ ਅੰਦਰ ਤੱਕ, ਉਹਦਾ ਵਿਸਥਾਰ ਹੈ। ਉਹ ਤੋਂ ਜਿੰਨਾ ਹਿੱਸਾ ਤੋੜ ਸਕਦੇ ਸੀ ਉਹ ਦਿੱਲੀ ਵਾਲੇ ਪਾਸੇ, ਕਿਉਂਕਿ ਇਸੇ ਕਰਕੇ ਹਰਿਆਣਾ ਹਮੇਸ਼ਾ ਦਿੱਲੀ ਨਾਲ ਹੀ ਰਿਹਾ। ਉੱਥੇ ਜਿਹੜੀ ਦਿੱਲੀ ਤੇ ਰਾਜ ਕਰਦੀ ਪਾਰਟੀ ਸੀਗੀ ਨੈਸ਼ਨਲ ਲੈਵਲ ਤੇ ਕਰਦੀ, ਉਹੀ ਹਰਿਆਣੇ 'ਚ ਰਾਜ ਕਰਦੀ ਹੈ। ਇਸ ਕਰਕੇ ਉਹਦੇ ਵਿੱਚੋਂ ਹਿੱਸਾ ਲਿਆ ਤੇ ਇਹ ਇਵੇਂ ਹੀ ਪਾਣੀਆਂ ਦਾ ਹੋਇਆ। ਵੱਧ ਤੋਂ ਵੱਧ ਦਰਿਆਈ ਪਾਣੀਆਂ ਦਾ ਉਹਨਾਂ ਨੂੰ ਦਿੱਤਾ ਜਾਵੇ। ਫਿਰ ਜਿਹੜਾ ਵੀ ਕੋਈ
ਪੰਜਾਬ ਨੂੰ ਹੋਰ ਵੀ ਜਿਹੜੇ ਹਾਈਡਰੋ ਵਰਕਸ ਆ ਉਹ ਬਾਹਰ ਰੱਖੇ ਜਾਣ, ਇਲਾਕੇ ਬਾਹਰ ਰੱਖੇ ਜਾਣ। ਸਾਰਾ ਕੁਝ ਵੱਡਾ ਸਭ ਨੂੰ ਪਤਾ। ਇਹ ਸਾਰਾ ਕੁਝ ਹੋਣ ਦੇ ਪਿੱਛੋਂ ਪੰਜਾਬ ਦੇ ਵਿੱਚ ਡਿਸਕ੍ਰਿਮੀਨੇਸ਼ਨ ਦੀ ਫੀਲਿੰਗ ਬਹੁਤ ਜ਼ਿਆਦਾ ਹੋ ਗਈ ਸੀ ਵੀ ਸਾਡੇ ਨਾਲ ਵਿਤਕਰਾ ਕਰ ਰਿਹਾ ਸੈਂਟਰ ਬਹੁਤ ਜ਼ਿਆਦਾ, ਤੇ ਹੈ ਵੀ। ਕਿਉਂਕਿ ਬੀਡੀ ਪਾਂਡੇ ਦੀ ਕਿਤਾਬ ਹੁਣ ਆਈ ਆ, ਜਿਹੜਾ ਗਵਰਨਰ ਸੀ ਤੇ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਵੇਲੇ ਬਲੂ ਸਟਾਰ ਵੇਲੇ ਉਹ ਗਵਰਨਰ ਸੀਗਾ। ਉਹ ਲਿਖਦਾ ਵੀ ਪਾਣੀਆਂ ਦੀ ਵੰਡ ਦੇ ਹਰਿਆਣੇ ਦੇ ਫੇਵਰ ਚ ਕੀਤੀ ਗਈ ਸੀ ਜਾਣ ਕੇ, ਤੇ ਇੰਦਰਾ ਗਾਂਧੀ ਨੇ ਸਾਰਾ ਕੁਝ ਉਹੀ ਕੀਤਾ। ਮੈਂ ਇਸ ਨੂੰ ਉਸ ਸ਼ੁਰੂਆਤ ਇਸ ਗੱਲ ਤੇ ਕਰਦਾ ਵੀ ਇਹ ਇੰਦਰਾ ਗਾਂਧੀ ਨੇ ਮੈਜੋਰਿਟੇਰੀਅਨ ਸਿਸਟਮ ਦੀ ਜਾਂ ਸਟੇਟ ਦੀ ਇੱਕ ਨੀਂਹ ਰੱਖਤੀ ਉਹਨਾਂ ਦਿਨਾਂ ਵਿੱਚ। ਡੈਮੋਕ੍ਰੇਸੀ ਨਹੀਂ ਰਹਿਣ ਦਿੱਤੀ ਮੈਜੋਰਿਟੇਰੀਅਨ। ਉਹਦੇ ਰੱਖਣ ਲਈ ਕੀ ਹੋਇਆ, ਟਾਰਗੇਟ ਕੀਤਾ ਗਿਆ ਮਿਨੋਰਿਟੀ ਨੂੰ। ਹੁਣ ਵੀ ਹਜੇ ਮੈਜੋਰਿਟੇਰੀਅਨ ਸਟੇਟ ਨੂੰ ਪੱਕਾ ਹੋਣ ਲਈ ਹੁਣ ਦੂਜੀ ਮਿਨੋਰਿਟੀ ਟਾਰਗੇਟ ਹੈ। ਇਸ ਕਰਕੇ ਟਾਰਗੇਟ ਰੱਖਿਆ ਗਿਆ ਸਾਰਾ। ਉਹ ਟਾਰਗੇਟ ਇਹ ਮੈਜੋਰਿਟੇਰੀਅਨ ਸਟੇਟ ਦਾ, ਜਿਵੇਂ ਹੁਣ ਪਾਕਿਸਤਾਨ ਵੀ ਇੱਕ ਮੈਜੋਰਿਟੇਰੀਅਨ ਸਟੇਟ ਹੈ, ਇਜ਼ਰਾਈਲ ਜੂ ਉਹ ਵੀ ਮੈਜੋਰਿਟੇਰੀਅਨ ਹੈ। ਉੱਥੇ ਵੀ ਡੈਮੋਕ੍ਰੇਸੀ ਕਹਿੰਦੇ ਆ ਸਾਰੇ, ਉਸ ਕਿਸਮ ਦੀ ਡੈਮੋਕ੍ਰੇਸੀ। ਇਰਾਨ ਦੇ ਵਿੱਚ ਵੀ ਵੈਸੇ ਤਾਂ ਉਹ ਇਸਲਾਮਿਕ ਕਹੀ ਜਾਓ, ਪਰ ਹੈ ਇਲੈਕਸ਼ਨਾਂ ਹੁੰਦੀਆਂ ਬਕਾਇਦਾ, ਸਭ ਕੁਝ ਹੁੰਦਾ। ਉਦਾਂ ਦੀ ਡੈਮੋਕ੍ਰੇਸੀ ਤਾਂ ਲੰਕਾ 'ਚ ਵੀ ਸੀਗੀ। ਲੰਕਾ 'ਚ ਵੀ ਤਾਂ ਮੈਜੋਰਿਟੇਰੀਅਨ ਵਾਲਾ ਹੀ ਉੱਥੇ ਸਿੰਹਾਲਾ ਤੇ ਸਾਰਾ ਕੁਝ ਆਲੇ ਦੁਆਲੇ ਸਾਰੇ ਮੈਜੋਰਿਟੇਰੀਅਨ ਸਟੇਟ ਬਣ ਗਏ। ਹੁਣ ਲਾਸਟ 'ਚ ਇੰਡੀਆ ਵੀ ਮੈਜੋਰਿਟੇਰੀਅਨ ਸਟੇਟ ਬਣਨ ਦੇ ਸ਼ੁਰੂਆਤ ਸੀ, ਇਹ ਇੰਦਰਾ ਗਾਂਧੀ ਤੋਂ ਸ਼ੁਰੂ ਹੋ ਗਈ ਸੀ। ਇਸੇ ਕਰਕੇ ਇਹਨਾਂ ਨੂੰ ਟਾਰਗੇਟ ਕੀਤਾ ਗਿਆ। ਟਾਰਗੇਟ ਵੀ ਜਾਣ ਕੇ ਕੀਤਾ ਗਿਆ। ਹੁਣ ਮੈਂ ਇਸ ਕਰਕੇ ਸਾਰਾ ਕੁਝ ਉਹਨਾਂ ਤੋਂ ਮੋਰਚਾ ਲੱਗਣ ਦੇ ਪਿੱਛੋਂ ਮੋਰਚੇ ਦਾ ਸਮਝੌਤਾ ਹੋਣਾ ਚਾਹੀਦਾ ਸੀ। 26 ਮੀਟਿੰਗਾਂ ਅਕਾਲੀ ਦਲ ਨਾਲ ਹੋਈਆਂ। ਤੁਸੀਂ ਦੇਖੋ ਮੋਰਚਾ ਜਿਹੜਾ ਚੱਲਿਆ ਉਹ 22 ਮਹੀਨੇ ਚੱਲਿਆ। 22 ਮਹੀਨਿਆਂ ਵਿੱਚ 26 ਮੀਟਿੰਗਾਂ ਹੋਈਆਂ ਅਕਾਲੀਆਂ ਨਾਲ ਦਿੱਲੀ ਦੇ ਵਿੱਚ। ਨਹੀਂ ਕੋਈ ਸਮਝੌਤਾ ਹੋਇਆ। ਸਮਝੌਤਾ ਕਰਨਾ ਨਹੀਂ ਸੀ ਚਾਹੁੰਦੇ। ਇਹ ਵੀ ਸੀ, ਜਿਵੇਂ ਹੁਣ ਕਿਹਾ ਜਾਂਦਾ ਵੀ ਹਰ ਸਮਝੌਤੇ ਵੇਲੇ ਇੰਦਰਾ ਗਾਂਧੀ ਨੇ 3 ਵਾਰ ਬਹੁਤ ਸਮਝੌਤੇ ਹੋ ਗਏ ਸੀ ਨੇੜੇ ਤੇੜੇ। ਇੱਕ ਵਾਰ ਹਰਕਿਸ਼ਨ ਸਰਜੀਤ ਨੇ ਕਰਵਾਤਾ ਸੀ, ਇੱਕ ਵਾਰੀ ਜਿਹੜਾ ਫਾਰਨ ਮਿਨਿਸਟਰ ਸਾਡੇ ਸਵਰਨ ਸਿੰਘ ਰਹੇ ਸੀ ਉਹਨਾਂ ਨੇ ਬਿਗਨਿੰਗ 'ਚ ਹੀ ਕਰਾਤਾ ਸੀ ਸਾਰਾ। ਉਹ ਵੀ ਭੱਜ ਗਿਆ ਸਾਰਾ, ਵੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਸਮਝੌਤਾ ਕਰਨ ਦੇ ਹੱਕ 'ਚ ਹੈ ਨਹੀਂ। ਤੇ ਇਹਨੂੰ ਵੀ ਪਤਾ ਲੱਗ ਗਿਆ, ਹਰਕਿਸ਼ਨ ਸਰਜੀਤ ਨੂੰ ਵੀ। ਇਹ ਸਾਰਿਆਂ ਨੂੰ ਪਤਾ ਲੱਗ ਗਿਆ ਸੀ, ਇਹ ਕਰਨਾ ਹੀ ਨਹੀਂ ਸੀ। ਇਸੇ ਕਰਕੇ ਜਦੋਂ 25 ਅਪ੍ਰੈਲ 1983 ਨੂੰ ਇਹ ਆਪਣਾ ਅਟਵਾਲ ਮਾਰਿਆ ਗਿਆ, DIG ਅਟਵਾਲ ਉੱਥੇ ਅੰਦਰ ਪੌੜੀਆਂ ਤੋਂ ਨਿਕਲਦਾ ਹੋਇਆ ਬਾਹਰ ਘੰਟਾ ਘਰ ਨੇੜੇ ਤੇ ਮਾਰਿਆ ਗਿਆ। ਉਦੋਂ ਬੜੀ ਸੀ ਲੋਕਾਂ ਦੀ। ਦਰਬਾਰਾ ਸਿੰਘ ਨੇ ਬੜੀ ਕੋਸ਼ਿਸ਼ ਕੀਤੀ ਵੀ ਅੰਦਰ ਮੈਂ ਸਿਕਿਉਰਿਟੀ ਫੋਰਸਿਸ ਭੇਜਦਾ, ਪਰ ਹਜੇ ਇੰਦਰਾ ਗਾਂਧੀ ਨੇ ਲੱਗਿਆ ਸੀ ਵੀ ਜਿਹੜਾ ਪੂਰਾ ਭਕਾਨਾ ਜਿਹੜਾ ਬਲੂਨ ਆ ਉਹ ਪੂਰਾ ਜਿਹੜਾ ਪਬਲਿਸਿਟੀ ਦੀ ਚਾਹੀਦੀ ਉਹ ਜੇ ਹੋਇਆ ਨਹੀਂ। ਇਸ ਕਰਕੇ ਸਵਾ ਸਾਲ ਬਾਅਦ ਉਦੋਂ ਇਹ ਫੌਜੀ ਹਮਲਾ ਹੁੰਦਾ ਹੈਗਾ। ਅਪ੍ਰੈਲ ਤੋਂ ਲੈ ਕੇ ਅਗਲੇ ਸਾਲ ਜੂਨ 'ਚ ਜਾ ਕੇ ਹੁੰਦਾ। ਤਾਂ ਇਹਦਾ ਮਤਲਬ ਜਾਣ ਬੁੱਝ ਕੇ ਉਦੋਂ ਜਾਣ ਨਹੀਂ ਦਿੱਤਾ। ਇਹ ਹੁਣ ਪਾਂਡੇ ਵੀ ਲਿਖਦਾ ਹੈਗਾ, BD ਪਾਂਡੇ ਨੇ ਕੀ ਲਿਖਿਆ ਪਾਂਡੇ ਹੁਣ? ਇਹ ਵੀ ਲਿਖਦੇ ਵੀ ਦਰਬਾਰਾ ਸਿੰਘ ਤਿਆਰ ਸੀਗਾ ਸਾਰਾ ਕੁਝ, ਦਿੱਲੀੋਂ ਆ ਗਿਆ ਵੀ ਨਹੀਂ ਐਂਟਰ ਨਹੀਂ ਕਰਨਾ। ਤੇ ਉਹਨੇ ਸਪੈਸ਼ਲ 1 ਅਕਬਰ ਰੋਡ ਤੇ, ਜਿਵੇਂ GVS ਸਿੱਧੂ ਆਪਣੀ ਕਿਤਾਬ ਖਾਲਿਸਤਾਨ ਕੰਸਪੀਰੇਸੀ 'ਚ ਲਿਖਦਾ ਕਿ ਅਸੀਂ ਖਾਲਿਸਤਾਨ ਦੀ ਗੱਲ ਨੂੰ ਕਿਵੇਂ ਖੜਾ ਕੀਤਾ। ਜੇ ਹੈ ਨਹੀਂ ਸੀ ਉਹਨੂੰ ਜਿਹੜਾ ਨਾਨ ਐਗਜ਼ਿਸਟੈਂਟ ਤੋਂ ਬੰਦ ਗੱਲ ਖੜੀ ਕੀਤੀ। ਬਾਹਰਲੇ ਦੇਸ਼ਾਂ 'ਚ ਸਪੈਸ਼ਲ ਡਿਪਲੋਮੈਟਿਕ ਦੇ ਅਸੀਂ ਸਾਰੇ ਖੋਲੇ, ਉੱਥੇ ਕਿੰਨੇ ਸੈਂਟਰ ਖੋਲੇ ਨਵੇਂ 6-7, ਜਿੱਥੇ ਸਿੱਖ ਬਸੋ ਸੀਗੀ ਉੱਥੇ ਜਾ ਕੇ ਇਹ ਸਾਰਾ ਕੁਝ ਅਸੀਂ ਖੜਾ ਕੀਤਾ। ਉਹ ਫਿਰ ਕਹਿੰਦਾ 1 ਅਕਬਰ ਰੋਡ ਇੰਦਰਾ ਗਾਂਧੀ ਰੈਜ਼ੀਡੈਂਸ ਤੋਂ ਇੱਕ ਸਪੈਸ਼ਲ ਗਰੁੱਪ ਬਣਾਇਆ ਸੀ ਜਿਹੜਾ ਇਸ ਨੂੰ ਹੈਂਡਲ ਕਰਦਾ ਸੀਗਾ। ਹੈਂਡਲ ਕੀ, ਇਹਦੇ ਵਿੱਚ ਮੈਜੋਰਿਟੇਰੀਅਨ ਪ੍ਰੋਸੈਸ ਦੀ ਸ਼ੁਰੂਆਤ ਸੀ। ਪੰਜਾਬ ਨੂੰ ਟਾਰਗੇਟ ਕਰਨਾ ਸੀ, ਹਰ ਗੱਲ ਨੂੰ ਲਮਕਾਉਣਾ ਸੀ, ਪਬਲਿਸਿਟੀ ਲੈਣੀ ਸੀ। ਔਰ ਪ੍ਰੈਸ ਉਹਨਾਂ ਦਿਨਾਂ ਦੇ ਵਿੱਚ ਟੋਟਲ ਇਸੇ ਪਾਸੇ ਜਾਂਦਾ ਸੀਗਾ। ਉਸਨੇ ਪ੍ਰਾਪੋਗੰਡਾ ਬਣਿਆ ਵਾ ਸੀਗਾ। ਅੱਜ ਦੇ ਯੁੱਗ 'ਚ ਜਿਵੇਂ ਅਸੀਂ ਕਹਿੰਦੇ ਆ ਵੀ ਜਿਹੜਾ ਤੁਹਾਡਾ ਕਹਿਣ ਦਾ ਭਾਵ ਇਹ ਹੈ ਸਿੱਧੂ ਸਾਹਿਬ ਕਿ ਹਿੰਦੂ ਬਹੁ ਗਿਣਤੀ ਰਾਜ ਕਾਇਮ ਕਰਨ ਵੱਲ ਨਹੀਂ ਉਦੋਂ ਰੱਖੀ ਗਈ। ਉਹਦੇ ਵਿੱਚੋਂ ਮੋਦੀ ਅੱਜ ਦਾ ਨਿਕਲਿਆਗਾ। ਮੋਦੀ ਕੋਈ ਅਸਮਾਨ ਚੋਂ ਨਹੀਂ ਆਇਆ। ਸਾਰਾ ਕੁਝ ਉਹਨੂੰ ਬਣਿਆ ਬਣਾਇਆ ਜਿਹੜਾ ਪਲੇਟ ਤੇ ਰੱਖ ਕੇ ਇਹਨੇ ਹੀ ਦਿੱਤਾ ਹੈਗਾ ਸਾਰਾ ਇੰਦਰਾ ਗਾਂਧੀ ਦੇ ਦਿਨਾਂ 'ਚ। ਪਰ ਉਸ ਤੋਂ ਬਾਅਦ ਤਾਂ ਸਭ ਵਿੱਚ ਉਹ ਵੀ ਦੌਰ ਆਉਂਦਾ ਹੈ ਜਿਹਦੇ ਵਿੱਚ VP ਸਿੰਘ ਵਾਲਾ ਜਨਤਾ ਦਲ ਬਣਦਾ ਹੈਗਾ। ਉਸ ਤੋਂ ਬਾਅਦ ਸਾਂਝਾ ਮੋਰਚਾ ਬਣਦਾ ਹੈਗਾ। PV ਨਰਸਿਮਹਾ ਰਾਓ ਦੀ ਸਰਕਾਰ ਆਉਂਦੀ ਹੈ। ਉਸ ਤੋਂ ਬਾਅਦ ਵਾਜਪਾਈ ਵੀ ਆਉਂਦਾ। ਇਹ ਤਾਂ ਮੋਦੀ ਜਿਹੜਾ ਆਇਆ ਇਹ ਤਾਂ 2014 'ਚ ਆਇਆ ਆ ਕੇ। ਠੀਕ ਹੈ ਨਾ। ਦੇਖੋ ਪਹਿਲੀ ਗੱਲ ਤਾਂ ਜਿਹੜਾ ਤੁਸੀਂ 2-3 ਗਣਾਏ ਆ ਉਹ ਟ੍ਰਾਂਜੀਸ਼ਨਲ ਪੀਰੀਅਡ ਹੈ। ਬੜਾ ਛੋਟਾ ਰਿਹਾ। 8-9 ਮਹੀਨੇ ਲੈਫਟ ਗਵਰਨਮੈਂਟ ਰਹੀ ਹੈ। ਗੁਜਰਾਤ 5-7 ਮਹੀਨੇ ਉਹ ਟ੍ਰਾਂਜੀਸ਼ਨ ਦਾ ਪੀਰੀਅਡ ਹੈ ਇਲੈਕਸ਼ਨ ਹੋਣ ਤੱਕ। ਫਿਰ ਉਦੋਂ ਪਿੱਛੋਂ ਇੱਕ ਇਹ ਵੀ ਪ੍ਰੋਸੈਸ ਹੋਇਆ ਵੀ ਕਾਂਗਰਸ ਉਦੋਂ ਪਿੱਛੋਂ ਜਿਹੜਾ ਦਰਬਾਰ ਸਾਹਿਬ ਉੱਤੇ ਹਮਲੇ ਤੋਂ ਬਾਅਦ ਇੱਕ ਵਾਰ ਜਿੱਤਦੀ ਹੈ।
ਉਹ ਜਦੋਂ ਇੰਦਰਾ ਗਾਂਧੀ ਮਾਰੀ ਜਾਂਦੀ ਅਕਤੂਬਰ 84 ਚ, ਅਕਤੂਬਰ 84 31 ਨੂੰ ਮਾਰੀ ਜਾਂਦੀ ਹੈ, ਤੇ ਉਦੋਂ ਪਿੱਛੋਂ ਇਮੀਡੀਏਟਲੀ ਇਲੈਕਸ਼ਨ ਕਰਾਏ ਜਾਂਦੇ ਆ, ਤੇ ਦਸੰਬਰ ਚ ਇਲੈਕਸ਼ਨ ਹੋ ਜਾਂਦੇ ਆ, ਤੇ ਫਿਰ 404 ਸੀਟਾਂ ਲੈ ਜਾਂਦਾ ਇੰਨਾ ਰਾਜੀਵ ਗਾਂਧੀ ਦੇ ਥੱਲੇ। ਅੱਛਾ, ਉਹ ਹੈ ਬਸ ਲਾਸਟ ਇਲੈਕਸ਼ਨ। ਉਦੋਂ ਪਿੱਛੋਂ ਕਾਂਗਰਸ ਆਪਣੇ ਲੈਵਲ ਤੇ ਜਿੱਤ ਹੀ ਨਹੀਂ ਸਕੀ, ਕੋਲੀਸ਼ਨ ਬਣਾਉ ਗਵਰਨਮੈਂਟਾਂ ਬਣਾਉਂਦੀ ਰਹੀ ਆ ਛੋਟੀਆਂ ਛੋਟੀਆਂ, ਤੇ ਇਹ ਜਿਹੜੀ ਬਿਲਕੁਲ ਠੀਕ ਹੈ ਤੁਹਾਡੀ ਗੱਲ। ਸਾਰਾ ਉਦੋਂ ਪਿੱਛੇ ਕੋਲੀਸ਼ਨ, ਫਿਰ ਮੁੜ ਕੇ ਕਾਂਗਰਸ ਜਿੱਤਣ ਦੀ ਪੋਜੀਸ਼ਨ ਚ ਹੀ ਨਹੀਂ ਰਹੀ। ਫਿਰ ਕਿਹਨੇ ਕਿਹੜਾ ਜਿੱਤਿਆ? ਫਿਰ ਰਾਸ਼ਟਰ ਤੁਹਾਡਾ ਸਿਰ ਸਾਹਿਬ ਕਹਿਣ ਦਾ ਇਹ ਹੈ ਕਿ ਉਸ ਤੋਂ ਬਾਅਦ ਕਾਂਗਰਸ ਦਾ ਲਗਾਤਾਰ ਡਾਊਨਫਾਲ ਹੀ ਚੱਲਿਆ ਆ ਰਿਹਾ ਹੁਣ ਤੱਕ। ਨਹੀਂ, ਸਵਾਲ ਹੈ ਫਿਰ ਸੈਕੂਲਰਿਜ਼ਮ ਲਿਆਉਣ ਦੀ। ਕਾਂਗਰਸ ਸੈਕੂਲਰਿਜ਼ਮ ਦੇ ਪਲੇਟਫਾਰਮ ਤੇ ਲੜਨ ਦੀ ਕੋਸ਼ਿਸ਼ ਕਰਦੀ ਹੈ ਵੀ ਇੱਕ ਵਾਰੀ ਜਿਹੜਾ ਇੰਦਰਾ ਗਾਂਧੀ ਵੇਲੇ ਮੈਜੋਰੀਟੇਰੀਅਨ ਸੈਟਅਪ, ਹਿੰਦੂ ਰਾਸ਼ਟਰਵਾਦ ਦਾ ਜਿਹੜਾ ਨੀਂਹ ਰੱਖੀ ਗਈ, ਜਾਂ ਮੈਜੋਰੀਟੇਰੀਅਨ ਨੂੰ ਖੁਸ਼ ਕਰਨ ਲਈ ਟਾਰਗੇਟ ਇਹਦੇ ਤੇ ਰੱਖਿਆ ਗਿਆ। ਹਰਿਆਣਾ ਜਿਵੇਂ ਮੈਜੋਰੀਟੇਰੀਅਨ ਤੇ ਹਿੰਦੂ ਪਾਪੂਲੇਸ਼ਨ ਜ਼ਿਆਦਾ ਸੀ, ਇਸ ਦੀ ਇਲੈਕਸ਼ਨ ਹੋਣ ਵੇਲੇ ਵੀ ਸਾਰਾ ਕੁਝ ਪਾਣੀਆਂ ਦੀ ਵੰਡ ਉਸ ਤਰੀਕੇ ਨਾਲ ਕੀਤੀ ਗਈ ਖੁਸ਼ ਕਰਨ ਲਈ। ਇਹ ਜਦੋਂ ਸਾਰਾ ਕੁਝ ਕੀਤਾ ਗਿਆ ਤਾਂ ਇਹਦਾ ਮੈਜੋਰੀਟੇਰੀਅਨ ਸਟੇਟ ਜਦੋਂ ਇੱਕ ਵਾਰੀ ਤੁਸੀਂ ਰੱਖ ਬੈਠੀ ਹੈ ਕਾਂਗਰਸ, ਉਦੋਂ ਪਿੱਛੋਂ ਕਾਂਗਰਸ ਜਿੰਨੀਆਂ ਇਲੈਕਸ਼ਨ ਲੜਨ ਦੀ ਕੋਸ਼ਿਸ਼ ਕਰਦੀ ਹੈ, ਇਸ 85 ਵਾਲੀ ਤੋਂ ਬਾਅਦ ਰਾਹੁਲ ਦੇ ਵੇਲੇ ਤੋਂ ਲੈ ਕੇ ਰਾਜੀਵ ਗਾਂਧੀ ਤੋਂ ਲੈ ਕੇ, ਉਹ ਪਿੱਛੋਂ ਸੈਕੂਲਰ ਪਲੇਟਫਾਰਮ ਤੇ ਚਲੀ ਜਾਂਦੀ ਹੈ। ਵੈਸੇ ਸੈਕੂਲਰ ਰਹੀ ਨਹੀਂ ਕਾਂਗਰਸ ਨੇ, ਬੜਾ ਰਾਜੀਵ ਗਾਂਧੀ ਵੇਲੇ ਵੀ ਇਹ ਫਿਰਕੂ ਪੱਤਾ ਹੀ ਖੇਡਿਆ। ਉਹਨੇ ਮਸਜਿਦ ਦੇ ਬਾਬਰੀ ਮਸਜਿਦ ਦੇ ਦਰਵਾਜ਼ੇ ਖੁਲਾਏ, ਉਹਨੇ ਸ਼ਿਲਾਨਿਆਸ ਕਰਾਇਆ ਬੂਟਾ ਸਿੰਘ ਤੋਂ, ਬਾਬਰੀ ਮਸਜਿਦ ਦੇ ਵਿੱਚ ਸ਼ਿਲਾਨਿਆਸ ਕਰਾਇਆ ਹਿੰਦੂ ਮੰਦਿਰ ਦਾ ਸਾਰਾ। ਤੇ ਇਹ ਜਿਹੜਾ ਰਾਮ ਮੰਦਿਰ ਤੁਹਾਡਾ ਕਹਿਣ ਦਾ ਭਾਵ ਇਹ ਹੈ ਕਿ ਜੋ ਕੁਝ 1984 ਚ ਵਾਪਰਿਆ ਉਦੋਂ ਦਾ ਜਿਹੜਾ ਸਾਰਾ ਪ੍ਰੋਸੈਸ ਬਾਅਦ ਚ ਚੱਲਿਆ, ਹੁਣ ਜਿਹੜਾ ਹੈ ਉਹਦਾ ਸਿਖਰ ਹੈ। ਉਹਦਾ ਸਿਖਰ ਵੇਖੋ, ਉਹ ਜਿਹੜਾ ਥੋੜਾ ਜਿਹਾ ਕੰਸਟੀਟਿਊਸ਼ਨਲ ਵਾਜਪਾਈ ਵੇਲੇ ਪ੍ਰੋ ਹਿੰਦੂ ਕੰਸਟੀਟਿਊਸ਼ਨ ਲੈਵਲ ਤੇ ਸਹਿੰਦਾ ਚੱਲਿਆ ਸੀ। ਬੇਸ਼ੱਕ ਚੱਲ ਗਿਆ ਸੀ ਵੱਡਾ ਵੀ, 202 ਦੇ ਵਿੱਚ ਵਾਜਪਾਈ ਗਵਰਨਮੈਂਟ ਦੇ ਵੇਲੇ ਹੀ ਗੁਜਰਾਤ ਵਾਪਰ ਗਿਆ ਸੀਗਾ, ਪਰ ਗੁਜਰਾਤ ਦਾ ਇਹਨਾਂ ਨੇ ਕੁਝ ਨਹੀਂ ਕੀਤਾ। ਬਈ ਇੰਨਾ ਹੀ ਕਹਿ ਦਿੱਤਾ ਵੀ ਜਿਹੜਾ ਰਾਜ ਧਰਮ ਹੈ ਉਹ ਮੋਦੀ ਨੇ ਨਹੀਂ ਅਪਣਾਇਆ। ਵਾਜਪਾਈ ਦੇ ਛੋਟਾ ਜਿਹਾ ਕਮੈਂਟ ਸੀ, ਨਾ ਉਹਦੇ ਤੇ ਕੋਈ ਐਕਸ਼ਨ ਕੀਤਾ, ਚੀਫ ਮਿਨਿਸਟਰ ਉਵੇਂ ਦੇ ਉਵੇਂ ਰਿਹਾ, ਉਦੋਂ ਤੋਂ ਸਾਰਾ ਗੱਲ ਰਿਹਾ। ਇਸ ਕਰਕੇ ਵਾਜਪਾਈ ਦੀ ਗਵਰਨਮੈਂਟ ਵਿੱਚ ਓਡੀ ਕੱਟੜ ਕਿਸਮ ਦਾ ਰਾਸ਼ਟਰਵਾਦ ਨਹੀਂ ਸੀ ਖੜਾ ਕੀਤਾ, ਪਰ ਉਹ ਸਹਿੰਦਾ ਕਰ ਰਿਹਾ ਸੀ, ਉਹ ਅਲਾਓ ਕਰ ਰਿਹਾ ਸੀ। ਬਾਕੀ ਹੋ ਗਿਆ ਵਿਚਾਰੇ ਜਿਹੜੇ ਛੋਟੇ ਛੋਟੇ ਰਾਜ ਆਉਂਦੇ ਆ, ਮਨਮੋਹਨ ਸਿੰਘ ਦਾ ਆ ਗਿਆ, ਇਹ ਤਾਂ ਕੋਲੀਸ਼ਨ ਰੂਲ ਹੈਗੇ ਸਾਰੇ। ਜਦੋਂ ਵਾਜਪਾਈ ਨਹੀਂ ਬੀਜੇਪੀ ਗਵਰਨਮੈਂਟ ਜਿੱਤੀ ਤਾਂ ਕੋਲੀਸ਼ਨ ਰੂਲ ਹੈ। ਉਦੋਂ ਪਿੱਛੋਂ ਹੁਣ ਬੈਕ ਨਹੀਂ ਹੁੰਦਾ। ਹੁਣ ਤਾਂ ਕਾਂਗਰਸ ਨੇ ਵੀ ਕੋਸ਼ਿਸ਼ ਕੀਤੀ ਵੀ ਰਾਹੁਲ ਮੰਦਿਰਾਂ 'ਚ ਗਿਆ, ਸਾਰਾ ਕੁਝ ਖਤਮ ਹੋ ਗਿਆ ਹੁਣ। ਤੇ ਇਹ ਜਿਹੜਾ ਮੈਜੋਰੀਟੇਰੀਅਨ ਸਟੇਟ ਦੀ ਗੱਲਬਾਤ ਸੀ, ਉਹਦੇ ਵਿੱਚੋਂ ਹੀ ਟੈਂਕ ਆਏ, ਉਹਦੇ ਵਿੱਚੋਂ ਹੀ ਦਰਬਾਰ ਸਾਹਿਬ ਤੇ ਹਮਲਾ ਹੋਇਆ, ਉਹੀ ਕਾਰਨ ਬਣਿਆ ਦਰਬਾਰ ਸਾਹਿਬ ਤੇ ਹਮਲੇ ਦਾ। ਨਹੀਂ ਤਾਂ ਸਮਝੌਤੇ ਹੋ ਜਾਂਦੇ ਹੁੰਦੇ ਸਾਰੇ। ਇਹ ਅੱਛਾ ਪਹਿਲੀ ਵਾਰ ਵੀ ਇਹ ਸੀਗਾ ਵੀ ਹੁਣ ਸਿੱਖ ਇਹ ਥੋੜਾ ਜਿਹਾ ਤੰਗ ਕਰਦੇ ਆ, ਮੋਰਚੇ ਲਾਉਂਦੇ ਆ, ਸਾਰਾ ਕੁਝ ਕਰਦੇ ਆ। ਵੱਡੀ ਜਿਹੜੀ ਪ੍ਰੋਬਲਮ ਸੀ ਇੰਦਰਾ ਗਾਂਧੀ ਨੂੰ ਉਹ ਇਹ ਵੀ ਸੀ ਵੀ ਜਦੋਂ ਐਮਰਜੈਂਸੀ ਦਾ 19 ਮਹੀਨੇ ਮੋਰਚਾ ਲੱਗਿਆ, 19 ਮਹੀਨੇ ਇਹ ਲਗਾਤਾਰ ਦਰਬਾਰ ਸਾਹਿਬ ਤੋਂ ਮੋਰਚਾ ਲਾ ਕੇ ਤੇ ਜਥੇ ਭੇਜਦੇ ਰਹੇ। 40,000 ਬੰਦਾ ਇਹਨਾਂ ਨੇ ਗ੍ਰਿਫਤਾਰ ਕਰਵਾਇਆ ਸੀ ਉਹਨਾਂ ਵਿੱਚ। ਉਸ ਐਂਟੀ ਐਮਰਜੈਂਸੀ ਫੋਰਸ ਸਾਰੇ ਦੇਸ਼ 'ਚ ਨਹੀਂ ਸੀ ਲੱਗਿਆ। ਇਸ ਕਰਕੇ ਸਾਰੀਆਂ ਗੱਲਾਂ ਖੜੀਆਂ ਸੀ ਜਿਹੜੀਆਂ ਦਾ ਸਾਹਿਬ ਇਹ ਤਾਂ ਸਾਰਾ ਕੁਝ ਇੱਕ ਬੀਤੇ ਦਾ ਜੋ ਕੁਝ ਹਿਸਟਰੀ ਹੈਗੀ ਹੈ ਸਾਰੀ, ਪਰ ਉਸ ਤੋਂ ਬਾਅਦ ਹੁਣ ਅਸੀਂ 37 ਸਾਲਾਂ ਤੋਂ ਬਾਅਦ ਹੁਣ ਕਿਸ ਤਰ੍ਹਾਂ ਸੋਚਦਾ ਸਿੱਖ? ਹੁਣ ਤਾਂ ਸਵਾਲ ਹੈ ਵੀ ਹੁਣ ਤਾਂ ਮੈਜੋਰੀਟੇਰੀਅਨ ਸਟੇਟ ਬਣ ਗਈ ਹੈ, ਹੁਣ ਤਾਂ ਆਪਰੇਟਿਵ ਹੈ ਮੈਜੋਰੀਟੇਰੀਅਨ ਸਟੇਟ 14 ਤੋਂ ਬਾਅਦ। ਹੁਣ ਤਾਂ ਕੋਈ ਰੌਲਾ ਹੀ ਨਹੀਂ, ਹੁਣ ਤਾਂ ਮੈਜੋਰੀਟੇਰੀਅਨ ਸਟੇਟ ਹੈ। ਹੁਣ ਸਿੱਖਾਂ ਨੂੰ ਤਾਂ ਆਪਦੀ ਐਡਜਸਟਮੈਂਟ ਦੇਖਣੀ ਪਊਗੀ, ਜਿਵੇਂ ਮੁਸਲਮਾਨ ਐਡਜਸਟਮੈਂਟ ਕਰ ਰਿਹਾ ਵੀ ਉਹਨਾਂ ਦਾ। ਉਹਦੇ ਚ ਦੇਖੋ ਅੱਗੇ ਸਿੱਖਾਂ ਦੀ ਕੋਲ ਬਹੁਤ ਸਟਰੋਂਗ ਜਿਹੜੀ ਪੋਲੀਟੀਕਲ ਪਾਰਟੀ ਸੀ, ਜਿਹੜੀ ਮੌਕੇ ਜਿਹੜੀ ਸੀਗੀ ਉਹ ਇੰਡੀਅਨ ਸਟੇਟ ਜਾਂ ਕੇਂਦਰ ਸਰਕਾਰ ਉਹਨਾਂ ਨੂੰ ਸਿੱਖਾਂ ਦਾ ਇੱਕ ਨੁਮਾਇੰਦਾ ਬਣ ਕੇ ਗੱਲਬਾਤ ਉਹਨਾਂ ਨਾਲ ਕਰਦੀ ਸੀ, ਠੀਕ ਹੈ। ਪਰ ਹੁਣ ਉਹ ਪੋਲੀਟੀਕਲ ਫੋਰਸ ਵੀ ਇੰਨੀ ਵੀਕ ਹੋ ਗਈ ਹੈ। ਪਿਛਲੇ ਜਿਹੜੇ 2 ਇਲੈਕਸ਼ਨ 2017 ਦੇ ਵਿੱਚ ਤੇ ਅਸੀਂ ਦੇਖਿਆ, ਹੁਣ 2022 ਚ ਵੀ ਦੇਖਿਆ ਹੈਗਾ ਕੀ ਹਾਲਤ ਹੈ। ਔਰ ਇਸ ਵੇਲੇ ਜਿਹੜੀ ਹੈ ਉਹ ਸਾਰੇ ਸਿੱਖ ਸੰਗਠਨ ਜਿਹੜੇ ਆ ਇਕੱਠੇ ਹੋ ਕੇ ਵੀ ਉਹ ਤਾਕਤ ਨਹੀਂ ਬਣ ਪਾ ਰਹੇ ਜਿਹੜੀ ਕਿ ਪਹਿਲਾਂ ਇੱਕ ਨਜ਼ਰ ਆਉਂਦੀ ਸੀ ਸਿੱਖਾਂ ਨੂੰ, ਜਿਹੜੀ ਪ੍ਰਤੀਨਿਧਤਾ ਕਰਦੀ ਸੀ। ਵੇਖੋ ਇਹ ਠੀਕ ਹੈ ਤੁਹਾਡੀ ਗੱਲ, ਪ੍ਰਤੀਨਿਧਤਾ ਕਰਦੀ ਸੀ। ਇਹ 84 ਤੱਕ ਸਾਰਾ ਸਿੱਖਾਂ ਦਾ ਜ਼ੋਰ ਰਿਹਾ ਸਾਰਾ। ਉਹਨਾਂ ਨੇ ਮੋਰਚਾ ਵੀ ਲਾਇਆ, ਮੋਰਚੇ 'ਚ ਵੀ ਗ੍ਰਿਫਤਾਰੀ 2.5 ਲੱਖ ਲੋਕਾਂ ਨੇ ਗ੍ਰਿਫਤਾਰੀ ਵੀ ਦਿੱਤੀ, ਜਿਹੜਾ 22 ਮਹੀਨੇ ਮੋਰਚਾ ਚੱਲਿਆ। ਤੇ ਬਹੁਤ ਜ਼ਿਆਦਾ ਮੋਬਿਲਾਈਜੇਸ਼ਨ ਵੀ ਸਿੱਖਾਂ ਦੀ ਹੋਈ ਸਾਰੇ। ਤੇ ਪਰ
ਉਹ ਉਹਨਾਂ ਦੀ ਉਸ ਨੂੰ ਐਡੇ ਤਕੜੇ ਜ਼ੋਰ ਨਾਲ ਟੈਂਕਾਂ ਨਾਲ ਤੇ ਵੱਡਾ ਤੁਸੀਂ ਦੇਖੋ ਵੀ ਜਦੋਂ ਪਲਾਨ ਹੁੰਦਾ 6 ਮਹੀਨੇ ਪਹਿਲਾਂ ਬਾਹਰ ਦਾ ਹੋ ਰਿਹਾ ਹੈਗਾ ਵੀ ਤੁਹਾਡੇ ਨਾਲ ਸਮਝੌਤਾ ਹੋ ਰਿਹਾ, ਉਹਦੀ ਗੱਲਬਾਤ ਹੋ ਰਹੀ ਹੈ, ਅੰਦਰ ਚਕਰੌਤਾ ਵਿੱਚ ਤਿਆਰੀ ਹੋ ਰਹੀ ਹੈ ਸਾਰੀ ਵੀ ਉਹਦਾ ਬਾਰਡਰ ਰੱਖ ਕੇ ਵੀ ਇਸ ਤਰੀਕੇ ਨਾਲ ਕਿਵੇਂ ਅਟੈਕ ਕੀਤਾ ਜਾਵੇ। ਅਟੈਕ ਕੀਤਾ ਜਾਂਦਾ, ਇਹ ਜ਼ੋਰ ਨਾਲ ਕਰਾਇਆ ਜਾਂਦਾ, ਸਾਰੇ ਪੰਜਾਬ ਤੇ ਕਰਫਿਊ ਲਾ ਲਿਆ ਜਾਂਦਾ ਜੂਨ ਦੇ ਮਹੀਨੇ ਉਹਨਾਂ ਦਿਨਾਂ ਦੇ ਵਿੱਚ। ਤੇ ਫਿਰ ਇੱਥੇ ਵੀ ਤਿੰਨ ਚਾਰ ਡਿਵੀਜ਼ਨ ਹੈ ਜਿਹੜੇ ਉਹ ਸਾਰੇ ਬਿਹਾਰ ਤੇ ਦੂਜੇ ਹੋਰ ਸਾਰੇ ਡਿਵੀਜ਼ਨ ਹੈ ਜਿਹੜੇ ਉਹ ਅਟੈਕ ਕਰਦੇ ਆ। ਜੇ ਅਸੀਂ ਮੋਟੇ ਲੈਵਲ ਤੇ ਦੇਖੀਏ ਤਾਂ 1 ਲੱਖ ਬੰਦਾ ਦਰਬਾਰ ਸਾਹਿਬ ਦੇ ਆਲੇ ਦੁਆਲੇ ਅਟੈਕ 'ਚ ਲੱਗਿਆ, 1 ਲੱਖ 1.5 ਲੱਖ ਬੰਦਾ ਇੱਥੇ ਸਾਰੇ ਪੰਜਾਬ ਵਿੱਚ ਕਰਫਿਊ ਲਾਈ ਬੈਠਾ। ਉਹ ਮੋਬਾਈਲ ਇਸ ਕਰਕੇ ਇਹ ਤਾਂ ਠੀਕ ਹੈ ਸਰ, ਇਹ ਬਿਲਕੁਲ ਠੀਕ ਹੈ, ਸਾਰੀਆਂ ਘਟਨਾਵਾਂ ਜਿਨ੍ਹਾਂ ਤੁਸੀਂ ਜ਼ਿਕਰ ਕਰ ਰਹੇ ਹਾਂ। ਮੇਰਾ ਸਵਾਲ ਇਹ ਹੈ ਕਿ ਹੁਣ ਜਿਹੜੀ ਸਥਿਤੀ ਹੈਗੀ ਹੈ ਇਹਦੇ 'ਚ ਤੁਸੀਂ ਇਹ ਸਾਰੇ ਕੁਝ ਨੂੰ ਕਿਸ ਤਰ੍ਹਾਂ ਵੇਖਦੇ ਹੋ, ਔਰ ਅੱਗੇ ਜਿਹੜਾ ਕਿਸ ਢੰਗ ਨਾਲ ਇਹਦੇ ਤੋਂ ਅੱਗੇ ਵਧਿਆ ਜਾ ਸਕਦਾ। ਮੈਂ ਤੁਹਾਨੂੰ ਇਹੀ ਦੱਸਦਾ ਕਿ ਇਸੇ ਤੇ ਗੱਲ ਕਰ ਰਿਹਾ ਵੀ ਜਦੋਂ ਇਹ ਸਾਰੀ ਗੱਲ ਹੋ ਗਈ ਹੈ ਬੜੇ ਜ਼ੋਰ ਸ਼ੋਰ ਨਾਲ ਸਾਰਾ ਬਿਲਕੁਲ ਕ੍ਰਸ਼ ਕੀਤਾ ਸਾਰਾ। ਉਦੋਂ ਪਿੱਛੋਂ 10 ਸਾਲ ਵਿੱਚ ਜਿਹੜਾ ਥੋੜਾ ਕਣਾ ਉਹਦੇ ਵਿੱਚ ਸੀਗਾ ਵੀ ਕੋਈ ਰੈਜ਼ਿਸਟੈਂਸ ਕਰਦੇ ਆ ਜਾਂ ਬਦਲਾ ਲੈਣ ਦੀ ਪੋਜੀਸ਼ਨ, ਉਹਨੂੰ ਵੀ ਕ੍ਰਸ਼ ਕਰਤਾ। ਉਸ ਕ੍ਰਸ਼ ਕਰਨ ਦੇ ਪਿੱਛੋਂ ਜਦੋਂ ਇਹ 96 ਦੇ ਵਿੱਚ 96-97 ਦੇ ਵਿੱਚ ਜਾ ਕੇ ਇਹ ਬਾਦਲ ਜਿਹੜੀ ਪੋਲੀਟੀਕਲ ਪਾਰਟੀ ਅਕਾਲੀ ਦਲ ਜੀ ਨੇ ਉਦੋਂ ਮੋਰਚਾ ਲਾਇਆ ਸੀ, ਉਹ ਜਾ ਕੇ ਬੀਜੇਪੀ ਨਾਲ ਕਹਿੰਦੇ ਬਿਨਾਂ ਸ਼ਰਤ ਸਮਝੌਤਾ ਕਰ ਲੈਣਾ। ਬਿਨਾਂ ਸ਼ਰਤ ਸਮਝੌਤਾ ਨਹੀਂ, ਉਹ ਸਰੈਂਡਰ ਹੈ। ਇਹ ਸਰੈਂਡਰ ਕੀਤਾ ਸਾਰਾ ਉਸ ਲੈਵਲ ਤੇ। ਜਦੋਂ ਬਿਨਾਂ ਸ਼ਰਤ ਕਦੇ ਪੋਲੀਟੀਕਲ ਪਾਰਟੀਆਂ ਤਾਂ ਬਿਨਾਂ ਸ਼ਰਤ ਤੋਂ ਕਰਦੀਆਂ ਨਹੀਂ, ਉਦੋਂ ਤਾਂ ਸਰੈਂਡਰ ਹੁੰਦਾ। ਤੁਸੀਂ ਕੀ ਸਮਝਦੇ ਹੋ? ਤੁਸੀਂ ਇਹ ਸਮਝਦੇ ਹੋ ਕਿ ਅਕਾਲੀ ਦਲ ਨੇ ਜਿਹੜਾ ਉਦੋਂ ਬੀਜੇਪੀ ਦੇ ਅੱਗੇ ਸਰੈਂਡਰ ਕੀਤਾ ਜਾਂ ਉਹਨਾਂ ਨਾਲ ਜਿਹੜਾ ਸਾਂਝਾ ਮਹਾਜ ਬਣਾਇਆ, ਉਹ ਉਹਦੇ ਨਾਲ ਜਿਹੜਾ ਅਕਾਲੀ ਦਲ ਨੂੰ ਜਿਹੜਾ ਹੈਗਾ ਅੱਜ ਵਾਲੀ ਸਥਿਤੀ 'ਚ ਪਹੁੰਚਿਆ? ਤੁਹਾਡਾ ਕਹਿਣ ਤੋਂ ਭਾਵੇਂ ਦੇਖੋ ਸਵਾਲ ਇਹ ਆ ਵੀ ਤੁਸੀਂ ਮੈਜੋਰੀਟੇਰੀਅਨ ਸਟੇਟ ਦਾ ਜਿਹੜਾ ਵਰਚਸਵ ਹੈ, ਉਹਦਾ ਜਿਹੜਾ ਵੱਡਾ ਡੋਮੀਨੈਂਸ ਹੈ, ਉਹਦੀ ਤੁਸੀਂ ਮੰਨ ਲਈ ਹੈ। ਤੇ ਮੰਨ ਲਈ ਕਰਕੇ ਜਿੰਨਾ ਚਿਰ ਬਾਦਲ ਮੰਨੀ ਰੱਖੀ ਆ, ਰਾਜ ਕਰ ਲਿਆ। ਹੁਣ ਰਾਜ ਵੀ ਜਿਹੜਾ 15 ਸਾਲ ਰਾਜ ਕੀਤਾ, 3 ਟਰਮਾਂ ਰਾਜ ਕੀਤਾ ਬਾਦਲ ਨੇ, ਉਹਦੀ ਡੋਮੀਨੈਂਸ ਮੰਨ ਕੇ ਕੀਤੀ ਹੈ। ਉਹਦੇ ਨਾਲ ਸਾਂਝਾ ਮੁਹਾਜ ਦਾ ਕੀ ਹੈ? ਇੱਕ ਵੱਡੇ ਬੰਦੇ ਨਾਲ ਛੋਟੇ ਬੰਦੇ ਦਾ ਸਾਂਝਾ ਕਦਮ ਹੁੰਦਾ, ਉਹਦੇ ਨਾਲ ਚੱਲਣਾ ਹੁੰਦਾ, ਉਹਦੇ ਨਾਲ ਸਰੈਂਡਰ। ਕਿੱਥੇ ਬੀਜੇਪੀ ਦਾ ਸਬੂਤ, ਕਿੱਥੇ ਇੱਕ ਰੀਜਨਲ ਪਾਰਟੀ ਛੋਟੀ ਜਿਹੀ ਅਕਾਲੀ ਦਲ, ਉਹਦੇ ਨਾਲ ਤਾਂ ਕੋਈ ਮੇਲ ਨਹੀਂ ਹੈ ਵੀ ਸਾਡਾ ਸਾਂਝਾ ਇਹਦੇ ਨਾਲ ਫਰੰਟ ਆ। ਸਾਂਝਾ ਕੋਈ ਫਰੰਟ ਨਹੀਂ, ਇਹ ਤਾਂ ਇੱਕ ਪ੍ਰਾਪੇਗੰਡੇ ਦੇ ਲੈਵਲ ਤੇ ਸਵਾਲ ਹੈ ਵੀ ਸਰੈਂਡਰ ਕਰਕੇ ਉਹਨਾਂ ਨੂੰ ਫਿਰ ਰਾਜ ਫੜਾਉਣਾ ਹੀ ਆ। ਸੂਬੇਦਾਰੀ ਅੱਗੇ ਵੀ ਮੁਗਲਾਂ ਵੇਲੇ ਵੀ ਇੱਥੇ ਸੂਬੇਦਾਰ ਰਹੇ ਹੀ ਆ ਲੋਕ। ਤੇ ਹੁਣ ਸਾਹਿਬ ਜਿਵੇਂ ਆਪਾਂ 1984 ਦਾ ਜਿਹੜਾ ਦਿਨ ਹੈ ਉਹਨੂੰ ਮਨਾਇਆ ਜਾਂਦਾ ਹਰ ਸਾਲ 6 ਜੂਨ ਨੂੰ, ਔਰ 6 ਜੂਨ ਨੂੰ ਵੱਖ-ਵੱਖ ਤਰ੍ਹਾਂ ਦੇ ਜਿਹੜੇ ਹੈ ਹਿੰਦੂ ਸੰਗਠਨ ਹੈ ਉਹ ਆਪਣੇ ਤੌਰ ਤੇ ਆਪਣੀ ਗੱਲ ਕਹਿੰਦੇ ਆ, ਸਿੱਖ ਸੰਗਠਨ ਆਪਣੇ ਤੌਰ ਤੇ ਕਹਿੰਦੇ ਆ, ਕਈ ਵਾਰੀ ਤਣਾਅ ਵੀ ਬਣਦਾ। ਤਾਂ ਇਹ ਸਾਰੀ ਸਥਿਤੀ ਦਾ ਅੱਗੇ ਕੀ ਹੈ? ਅੱਗੇ ਕੀ ਦੇਖਦੇ ਦੇਖੋ ਇਹ ਸਾਰੀ ਸਥਿਤੀ ਨੂੰ ਤੁਸੀਂ ਇਹ ਸਮ ਅਪ ਕਰੋਗੇ ਤਾਂ ਇਹ ਬਣਦਾ ਇਸ ਇੰਡੀਆ ਦੇ ਵਿੱਚ ਜਿਹੜਾ ਕਨਸਟੀਟਿਊਸ਼ਨਲ ਸੈਕੂਲਰ ਸਟੇਟ ਸੀਗੀ ਉਹਦਾ ਐਂਡ ਹੋ ਜਾਂਦਾ। ਸਾਰੇ ਆਮ ਤੁਹਾਡੇ ਸਾਹਮਣੇ ਸਾਰਾ ਕੁਝ ਉਹਦੇ ਮੈਜੋਰੀਟੇਰੀਅਨ ਸਟੇਟ ਸਾਹਮਣੇ ਆ ਜਾਂਦੀ ਹੈ। ਉਸ ਤੋਂ ਬਾਅਦ ਫਿਰ ਹਿੰਦੂ ਰਾਸ਼ਟਰ ਤੇ ਨਿਰਵਾਣ ਵੱਲ ਗੱਲ ਤੁਰ ਪੈਂਦੀ ਹੈ। ਹੁਣ ਹਿੰਦੂ ਰਾਸ਼ਟਰ ਦੇ ਨਿਰਵਾਣ ਨੂੰ ਤੁਸੀਂ ਪਿੱਛੇ ਨਹੀਂ ਮੋੜ ਸਕਦੇ। ਉਹਦੇ ਵਿੱਚ ਮਿਨੋਰਿਟੀਆਂ ਨੇ ਐਡਜਸਟ ਕਿਵੇਂ ਕਰਨਾ, ਹੁਣ ਸਵਾਲ ਉਹਨਾਂ ਨੇ ਐਡਜਸਟ ਨਹੀਂ ਕਰਨਾ, ਤੁਸੀਂ ਐਡਜਸਟ ਕਿਵੇਂ ਹੋਣਾ ਉਹਦੇ 'ਚ, ਇਹ ਹੁਣ ਤੁਹਾਡੇ ਅੱਗੇ ਸਵਾਲ ਹੈ। ਉਹਨਾਂ ਨੇ ਕ੍ਰਸ਼ ਕਰਨ ਵਾਲੀ ਗੱਲ, ਫੋਰਸ ਵਰਤਣ ਵਾਲੀ ਗੱਲ ਪੂਰੀ ਵਰਤ ਲਈ ਹੈ। ਪੋਲੀਟਿਕਸ ਵੀ ਵਰਤਣੀ ਸੀ, ਉਹ ਵਰਤ ਲਈ ਹੈ ਜਿਹੜੀ ਕਿ ਅਕਾਲੀ ਦਲ ਉਹਦੇ ਅੱਗੇ ਹੁਣ ਝੁਕੀ ਗਿਆ, ਸਾਰਾ ਲੇਟ ਹੀ ਗਿਆ, ਗੱਲ ਖਤਮ ਹੋ ਗਈ। ਪੋਲੀਟੀਕਲ ਲੈਵਲ ਉੱਤੇ ਵੀ ਤੁਹਾਨੂੰ ਫਿਰ ਇਹ ਸਾਰੀ ਸਥਿਤੀ 'ਚ ਇੰਨਾ ਕੁਝ ਹੋਣ ਤੋਂ ਬਾਅਦ ਹੁਣ ਅਕਾਲੀ ਦਲ ਦਾ ਫਿਊਚਰ ਤੁਸੀਂ ਫਿਰ ਕਿਸ ਤਰ੍ਹਾਂ ਦੇਖਦੇ ਹੋ, ਜਾਂ ਸਿੱਖਾਂ ਦੀ ਜਿਹੜੀ ਕੋਈ ਨੁਮਾਇੰਦਾ ਜਮਾਤ ਆ ਉਹਦਾ ਫਿਊਚਰ ਕੀ ਹੈ? ਨਹੀਂ, ਕੋਈ ਫਿਊਚਰ ਦਾ ਰੌਲਾ ਨਹੀਂ ਹੈ। ਅਕਾਲੀ ਦਲ ਦਾ ਫਿਊਚਰ ਕੋਈ ਇਹ ਪੰਜਾਬ ਲਈ ਇੰਪੋਰਟੈਂਟ ਨਹੀਂ, ਇਸ ਕਰਕੇ ਨਹੀਂ ਵੀ ਉਹਨਾਂ ਟਰਮਾਂ ਉੱਤੇ ਰੋਜ਼ ਰਾਜ ਇਹਨਾਂ ਨੂੰ ਮਿਲਦਾ ਰਹੂਗਾ। ਹੁਣ ਨੈਸ਼ਨਲਿਸਟਿਕ ਟਰਮਾਂ ਉੱਤੇ ਬੀਜੇਪੀ ਦੀ ਜਿਹੜੀ ਅਲਟਰਾ ਨੈਸ਼ਨਲਿਜ਼ਮ ਹੈ ਉਹਦੇ ਉੱਤੇ ਰਾਜ ਕੀਤਾ। ਇਸੇ ਕਰਕੇ ਅਕਾਲੀ ਦਲ ਦੇ ਉੱਤੇ ਤਾਂ ਸਭ ਤੋਂ ਜ਼ਿਆਦਾ ਅਕਾਲੀ ਦਲ ਕਿਤੇ ਪਾਕਿਸਤਾਨ ਨੂੰ ਕੰਡੈਮ ਕਰਨ ਤੇ ਸਭ ਤੋਂ ਮੂਹਰੇ ਫਾਰਨ ਪਾਲਿਸੀ ਵਿੱਚ ਦੂਜੇ ਬੀਜੇਪੀ ਨਾਲੋਂ ਵੀ ਅੱਗੇ ਰਿਹਾ। ਜਾਂ 370 ਵਾਲੀ ਗੱਲ ਉੱਤੇ ਸਾਰਾ ਬੀਜੇਪੀ ਦਾ ਸਟੈਂਡ ਰਿਹਾ। ਸਾਰੇ ਸਟੈਂਡ ਤਕਰੀਬਨ ਵਾਰੀ ਆਪਾਂ ਗੱਲ ਕੀ ਕਰੀਏ ਸਾਰੇ ਉਸੇ ਵਾਲੇ ਸਟੈਂਡ ਰਹੇ ਆ। ਫਿਰ ਬੀਜੇਪੀ ਨਾਲੋਂ ਫਰਕ ਕੀ ਰਿਹਾ? ਉਹਦੀਆਂ ਟਰਮਾਂ ਉੱਤੇ ਰਾਜ ਕਰ ਲੂ, ਜਿਹੜਾ ਵੀ ਰਾਜ ਕਰਾਉਣਾ ਉਹ ਦਿੱਲੀ ਦੀਆਂ ਟਰਮਾਂ ਉੱਤੇ ਰਾਜ ਕਰ ਲੂਗਾ। ਹੁਣ ਇਸ ਨੂੰ ਸੈਪਰੇਟ ਹੋਣ ਦੇ ਲੈਵਲ ਤੇ ਨਾ ਲਓ ਵੀ ਮਿਨੋਰਿਟੀ ਆਪਦੀ, ਪਰ ਮਿਨੋਰਿਟੀ ਵਿੱਚੋਂ ਕੁਝ ਹਿੱਸਾ ਲੜਦਾ ਹੀ ਰਹੂਗਾ। ਮਿਨੋਰਿਟੀ ਤਾਂ ਜਿਸ ਤਰ੍ਹਾਂ ਤੁਸੀਂ ਉਹਨਾਂ ਸਿੱਖ ਮਿਨੋਰਿਟੀ ਦੀ ਗੱਲ ਕਰਦੇ ਹੋ, ਇਸ ਤਰ੍ਹਾਂ ਹੀ ਜਿਹੜਾ ਮੁਸਲਿਮ ਮਿਨੋਰਿਟੀ ਦੇ ਪ੍ਰਤੀ ਜਿਹੜਾ ਇਸ ਵੇਲੇ ਵਿਵਹਾਰ ਚੱਲ ਰਿਹਾ ਕੇਂਦਰ ਸਰਕਾਰ ਦਾ ਜਾਂ ਹਿੰਦੂਤਵ ਦੀਆਂ ਜਿਹੜੀਆਂ ਤਾਕਤਾਂ ਹੈਗੀਆਂ ਉਹਨਾਂ ਦਾ,
ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਦਿਓਬੰਦ 'ਚ ਪਿਛਲੇ ਦਿਨੀ ਉਹਨਾਂ ਨੇ ਆਪਣੀ ਇੱਕ 3000 ਉਹਨਾਂ ਦਾ ਜਿਹੜੇ ਲੀਡਰ ਸੀਗੇ ਉਹ ਇਕੱਠੇ ਹੋਏ, ਔਰ ਉਹਨਾਂ ਨੇ ਇਕੱਠੇ ਹੋ ਕੇ ਉੱਥੇ ਮਦਨੀ ਜਿਹੜਾ ਉਹਨਾਂ ਦਾ ਲੀਡਰ ਹੈ ਉਹਨੇ ਬਕਾਇਦਾ ਇੱਕ ਬਿਆਨ ਦਿੱਤਾ ਕਿ ਅਸੀਂ 10 ਸਾਲ ਬਹੁਤ ਕੁਝ ਦੇਖ ਲਿਆ, ਬਹੁਤ ਅਸੀਂ ਪੇਸ਼ੈਂਸ ਦੇਖੀ, ਅਸੀਂ ਹਰ ਤਰ੍ਹਾਂ ਦਾ ਜੋ ਵੀ ਹੋਇਆ ਅਸੀਂ ਉਹਨੂੰ ਆਪਣੇ ਝੱਲਿਆ ਔਰ ਅਸੀਂ ਸਹਿਜ ਭਾਵਨਾ ਸਾਰੇ ਕੁਝ ਨੂੰ ਲਿਆ। ਪਰ ਹੁਣ ਜਿਹੜੀ ਸਥਿਤੀ ਹੈ ਉਸ ਤੋਂ ਬਾਅਦ ਅਸੀਂ ਇਸ ਤਰ੍ਹਾਂ ਚੁੱਪ ਕਰਕੇ ਨਹੀਂ ਬੈਠੇ ਰਹਿ ਸਕਦੇ, ਤੇ ਇਸ ਕਰਕੇ ਜਿਹਨੂੰ ਸਾਡਾ ਪਹਿਰਾਵਾ ਪਸੰਦ ਨਹੀਂ, ਜਿਹਨੂੰ ਸਾਡਾ ਖਾਣਾ ਪਸੰਦ ਨਹੀਂ, ਇਹ ਦੇਸ਼ ਸਾਡਾ, ਅਸੀਂ ਇੱਥੇ ਰਹਿਣਾ, ਉਹ ਇੱਥੋਂ ਛੱਡ ਕੇ ਚਲੇ ਜੇ। ਤੇ ਉਹ ਸਾਰੀ ਘੱਟ ਗਿਣਤੀ ਦਾ ਜਿਹੜਾ ਇਸ ਤਰ੍ਹਾਂ ਦੀ ਰਜਿਸਟੈਂਸ ਬਣਨੀ ਸ਼ੁਰੂ ਹੋਈ ਹੈ, ਤੁਸੀਂ ਉਸ ਨੂੰ ਸਾਰੇ ਨੂੰ ਇਹ ਘੱਟ ਗਿਣਤੀਆਂ ਦੀ ਰਜਿਸਟੈਂਸ ਇਸ ਤਰ੍ਹਾਂ ਦੀ ਬਣਦੀ ਹੈ ਉਹਨੂੰ ਕਿੱਦਾਂ ਦੇਖਦੇ? ਦੇਖੋ ਅੱਜ ਜੇ ਇਹ ਜਿਹੇ ਬਿਆਨਾਂ ਉੱਤੇ ਕੋਈ ਮੂੰਹ ਮੱਥਾ ਬਣਦਾ ਹੈ ਤਾਂ ਕੁਝ ਉਹ ਕਿਹਾ ਜਾ ਸਕਦਾ। ਫਿਲਹਾਲ ਉਹਨਾਂ ਦਾ ਕੋਈ ਮੁਸਲਮਾਨਾਂ ਦਾ ਇੱਥੋਂ ਦੇ ਜਿਹੜੇ ਰਹੇ ਹੋਏ ਆ ਮੁਸਲਮਾਨ, ਕਿਤੇ ਉਹਨਾਂ ਦੀ ਕੰਸੈਂਟਰੇਸ਼ਨ ਨਹੀਂ, ਕਿਤੇ ਹੈ ਨਹੀਂ ਉਹ, ਕਿਤੇ 20% ਹੈ, ਕਿਤੇ 10 ਹੈ, ਕਿਤੇ 5% ਵੀ ਹੈ। ਇਸ ਕਰਕੇ ਉਹਨਾਂ ਦੀ ਬਹੁਤ ਵੱਡੀ ਫੋਰਸ ਦੇ ਲੈਵਲ ਤੇ ਉਹ ਪੋਲੀਟੀਕਲ ਵੋਟ ਬੈਂਕ ਦੇ ਲੈਵਲ ਤੇ ਤਾਂ ਉਹ ਉਹਨਾਂ ਨੂੰ ਫੇਲ ਕਰ ਦਿੱਤਾ ਗਿਆ। ਵੋਟ ਬੈਂਕ ਲੈਵਲ ਤੇ ਇਹ ਹੈ ਵੀ ਉਹਨਾਂ ਦੀ ਵੋਟ ਮੰਗਣ ਨਹੀਂ ਜਾਂਦਾ। ਅਕਾਲੀ ਦਲ ਕੀ ਕਾਂਗਰਸ ਵੀ ਨੇ, ਸੌਰੀ ਬੀਜੇਪੀ ਵੀ, ਕਾਂਗਰਸ ਵੀ ਉਹਦੀ ਵੋਟ ਮੰਗਣ ਨਹੀਂ ਜਾਂਦੀ। ਇਸ ਕਰਕੇ ਤੁਸੀਂ ਉਸ ਨੂੰ ਡੀਫਰੈਂਚਾਈਜ਼ ਤਾਂ ਕਰ ਦਿੱਤਾ, ਇੱਕ ਲਿਸਟ ਤੁਹਾਡੀ ਲਿਸਟਾਂ 'ਚ ਨਾ ਹੈ ਪਰ ਤੁਹਾਡੀ ਵੋਟ ਨਹੀਂ ਮੰਗਣ ਜਾਂਦਾ। ਇਸ ਕਰਕੇ ਪੋਲੀਟੀਕਲੀ ਨਿਊਟਰਲਾਈਜ਼ ਕੀਤੇ ਹੋਏ ਆ। ਤੇ ਇਹ ਜਿਹੇ ਵੱਡੇ ਵੱਡੇ ਜਿਹੜੇ ਦਮਗਜੇ ਆ ਉਹ ਕੋਈ ਮਾਰੀ ਜਾਂਦੇ ਆ, ਜਿੰਨਾ ਚਿਰ ਕੋਈ ਹੋਰ ਅੱਗੇ ਦੇਖਦੇ ਨਹੀਂ ਕਿ ਜੇ ਕੋਈ ਕਰਨਗੇ ਕੁਛ ਕਰ ਵੀ ਨਹੀਂ ਸਕਦੇ ਕਿਸੇ ਲੈਵਲ ਤੇ। ਤੁਸੀਂ ਇਹ ਦੇਖੋ ਬਿਹਾਰੀ ਮੁਸਲਮਾਨ 30 ਲੱਖ ਮੁਸਲਮਾਨ ਪਾਰਟੀਸ਼ਨ ਵੇਲੇ ਤੇ ਇੱਥੇ ਇੱਧਰ ਬੈਠਾ ਰਿਹਾ ਆਸਾਮ ਦੇ ਉੱਪਰਲੇ ਪਾਸੇ, ਕਿਸੇ ਨੇ ਲਿਆ ਨਹੀਂ, ਪਾਕਿਸਤਾਨ ਨੇ ਨਹੀਂ ਲਿਆ, ਹੋਰ ਕਿਸੇ ਨੇ ਮੁਲਕ ਨੇ ਲਿਆ ਉਹਨਾਂ ਨੂੰ, ਬੈਠੇ ਰਹੇ ਵਿਚਾਰੇ ਇਹ ਸਾਰੇ ਰਿਫਿਊਜੀ ਦੇ ਲੈਵਲ ਤੇ। ਕੋਈ ਦੇਸ਼ ਕਿਸੇ ਦੇਸ਼ ਨੂੰ ਸਮਝਦਾ ਨਹੀਂ, ਨਾ ਸਾਊਦੀ ਅਰਬੀਆ ਨਾ ਹੋਰ ਕੋਈ, ਜਿੰਨੇ 40-45 ਜਿਹੜੇ ਮੁਸਲਮਾਨ ਮੁਲਕ ਆ, ਕਿਹੜਾ 57 ਦੇ ਕਰੀਬ ਗਿਣਤੀ ਹੈ। ਕਿੰਨੇ ਮੁਲਕ ਆ? 57 ਕਹਿੰਦੇ। ਉਹਨਾਂ ਤੋਂ ਬਾਹਰ ਕੋਈ ਨਹੀਂ ਫੜਦਾ। ਬਿਆਨ ਬੂਨ ਇਹੋ ਜਿਹਾ ਦੇਣਾ ਜਿਵੇਂ ਆਈ ਜਿਹੜੀ ਹੁਣ ਆਰਗੇਨਾਈਜੇਸ਼ਨ ਆਫ ਮੁਸਲਿਮ ਆਰਗੇਨਾਈਜੇਸ਼ਨ ਆ ਜਿਹੜੀ, ਉਹਨੇ ਵੀ ਹੁਣ ਬਿਆਨ ਦਿੱਤਾ ਥੋੜੇ ਦਿਨ ਪਹਿਲਾਂ। ਤੇ ਇਹ ਬਿਆਨ ਹੀ ਆ ਸਿਰਫ ਇੱਥੋਂ ਤੱਕ। ਤੇ ਇਹ ਸਵਾਲ ਇਹ ਹੋ ਗਿਆ, ਮੁਸਲਿਮ ਵਰਲਡ ਵੀ ਆਪਣੇ ਆਪਣੇ ਖਿੱਤਿਆਂ ਵਿੱਚ ਇੱਕ ਦੂਜੇ ਦੇ ਰਾਜ ਕਰਨ ਵਿੱਚ ਜ਼ਿਆਦਾ ਉਹਦਾ ਇੰਟਰਸਟ ਹੈ, ਪ੍ਰਾਇੋਰਟੀ ਉਧਰ ਹੈ ਉਹਨਾਂ ਦੀ। ਇਹ ਨਹੀਂ ਹੈ ਵੀ ਇਹਨਾਂ ਨੂੰ ਇਹਨਾਂ ਲਈ ਆ ਕੇ ਇੱਥੇ ਲੜਨ ਲੱਗ ਜਾਣਗੇ, ਇਹ ਪੋਸੀਬਲ ਨਹੀਂ ਹੈ। ਪੋਸੀਬਲ ਤਾਂ ਪਾਕਿਸਤਾਨ ਤੋਂ ਵੀ ਨਹੀਂ ਹੈ। ਜੀ ਸਿੱਧ ਸਾਹਿਬ, ਆਪਣਾ ਸਮਾਂ ਵੀ ਸਮਾਪਤੀ ਵੱਲ ਵਧ ਰਿਹਾ। ਇਹਦੇ 'ਚ ਜਿਹੜੀ 6 ਜੂਨ 84 ਦੀ ਜਿਹੜੀਆਂ ਘਟਨਾਵਾਂ ਦੇ ਇਹਦੇ ਬਾਰੇ 'ਚ ਹੁਣ ਤੁਸੀਂ ਅੱਜ ਜਿਹੜਾ 38ਵੀਂ ਵਰ੍ਹੇਗੰਢ ਆ ਇਹਦੇ ਤੇ ਕੀ ਹੈ ਤੁਹਾਡੀ ਆਖਰੀ ਟਿੱਪਣੀ? ਮੈਂ ਆਖਰੀ ਟਿੱਪਣੀ ਇਹ ਕਹਿੰਦਾ ਵੀ ਜਿਹੜਾ ਸੈਕੂਲਰ ਅਤੇ ਡੈਮੋਕ੍ਰੈਟਿਕ ਰਜੀਮ ਸੀਗਾ ਸਾਰਾ ਇੰਡੀਆ ਦਾ, ਜਿਹੜਾ ਇੱਥੇ ਜਿਹੜੇ ਫੋਰ ਫਾਦਰ ਸੀ, ਕਨਸਟੀਟਿਊਸ਼ਨ ਦੇ ਫਾਦਰ ਸੀ ਸਾਰੇ, ਉਹਨਾਂ ਨੇ ਡੈਮੋਕ੍ਰੈਟਿਕ ਸੈਕੂਲਰ ਡੈਮੋਕ੍ਰੈਟਿਕ ਲਿਬਰਲ ਡੈਮੋਕ੍ਰੇਸੀ ਦਾ ਇੱਥੇ ਇਹ ਸਾਰਾ ਕਨਸੀਵ ਕੀਤਾ ਸੀ, ਉਹਨੂੰ ਲਾਗੂ ਕੀਤਾ ਸੀ, ਉਹੀ ਕਨਸਟੀਟਿਊਸ਼ਨ ਬਣਾਇਆ ਸੀ। ਪਰ ਉਹ ਸਾਰੀ ਹੁਣ ਜਿਵੇਂ ਆਲੇ ਦੁਆਲੇ ਕੰਟਰੀਆਂ ਦੇ ਵਿੱਚ ਸਾਰਾ ਮੈਜੋਰਿਟੇਰੀਅਨ ਰੂਲ ਖੜੇ ਆ, ਇੱਥੇ ਵੀ ਮੈਜੋਰਿਟੇਰੀਅਨ ਬਣ ਗਿਆ, ਬੇਸ਼ੱਕ 70 ਸਾਲ ਬਾਅਦ ਬਣਿਆ ਤੇ ਪਰ ਮੈਜੋਰਿਟੇਰੀਅਨ ਬਣ ਗਿਆ। ਇਹਨੂੰ ਰਿਟਰਨ ਕਰਨਾ, ਵਾਪਸ ਡੈਮੋਕ੍ਰੇਸੀ ਤੇ ਪਹੁੰਚਣਾ, ਹਿੰਦੂਆਂ ਦੇ ਵਿੱਚ ਬਹੁਤ ਵੱਡਾ ਸੈਕੂਲਰ ਹਿੱਸਾ ਹੈ, ਪਰ ਸਵਾਲ ਨਹੀਂ ਪੈਦਾ ਹੁੰਦਾ ਉਹ ਸੈਕੂਲਰ ਹਿੱਸੇ ਦੀ ਗੱਲਬਾਤ। ਨਹੀਂ, ਤੁਹਾਡਾ ਕਹਿਣ ਦਾ ਭਾਵ ਹੈ ਕਿ ਧਰਮ ਨਿਰਪੱਖ ਜਮਹੂਰੀਅਤ ਤੇ ਦੁਬਾਰਾ ਵਾਪਸ ਜਾਣਾ ਕਾਫੀ ਔਖਾ ਪੈਂਦਾ? ਬਹੁਤ ਔਖਾ ਕੰਮ ਹੈ, ਬਹੁਤ। ਇਸੇ ਕਰਕੇ ਸਾਨੂੰ ਜਿਹੜਾ ਪਰਚੀ ਬਣਾਉਣੇ ਆ, ਸਾਨੂੰ ਪੋਲੀਟੀਕਲ ਲੈਵਲ ਉੱਤੇ ਕਲੀਅਰ ਹੋਣਾ ਚਾਹੀਦਾ ਵੀ ਹੁਣ ਇਹ ਪੂਰਾ ਦੇਸ਼ ਬਣ ਗਿਆ, ਇਸ ਤਰੀਕੇ ਦਾ ਬਣ ਗਿਆ। ਤੇ ਸਿੱਖਾਂ ਕੋਲੇ ਟਾਸਕ ਇੱਕੋ ਹੀ ਬਣਦਾ ਵੀ ਉਹ ਜਿਹੜੀਆਂ ਦਬੀਆਂ ਕੁਚਲੀਆਂ ਹੋਰ ਮਿਨੋਰਿਟੀਆਂ ਦਲਿਤ ਹੈ ਉਹਨਾਂ ਨਾਲ ਮਿਲ ਕੇ ਚੱਲਣ। ਇਹ ਜਿਹੜਾ ਸਾਡੇ ਟਾਸਕ ਨਿਕਲਦਾ ਹੁਣ, ਜੇ ਆਪਣੀ ਹੋਂਦ ਰੱਖਣ ਲਈ, ਸਿਆਸੀ ਹੋਂਦ ਰੱਖਣ ਲਈ ਉਹ ਕੱਲਾ ਕੋ ਆਪਣੇ ਲੈਵਲ ਤੇ ਕੁਝ ਨਹੀਂ ਕਰ ਸਕਣਗੇ, ਜਿਵੇਂ ਇੱਥੇ ਆਪਣੇ ਲੈਵਲ ਤੇ ਮੁਸਲਮਾਨ ਨਹੀਂ ਕਰ ਸਕਦੇ। ਜ਼ਰੂਰਤ ਹੈ ਵੀ ਇੱਕ ਸਾਂਝਾ ਵੱਡਾ ਮੁਹਾਜ ਬਣਾਉਣ, ਦਲਿਤ, ਮਿਨੋਰਿਟੀਜ਼ ਤੇ ਹੋਰ ਜਿਹੜੇ ਕਾਫੀ ਕੁਚਲੇ ਪੈਰਾਫੇਰੀ ਦੇ ਏਰੀਏ ਹੈਗੇ ਆ, ਉਹ ਉੱਥੋਂ ਦੇ ਲੋਕ ਇਕੱਠੇ ਹੋ ਕੇ ਆਪਣਾ ਇੱਕ ਸਾਂਝਾ ਮੁਹਾਜ ਬਣਾਉਣ, ਫੇਰ ਹੀ ਉਹ ਇਸ ਨੂੰ ਬੀਜੇਪੀ ਦੇ ਔਨ ਸਲਾਟ ਹੈ ਜਿਹੜਾ ਹਮਲਾ ਹੈ ਉਹਦਾ ਕੋਈ ਟਾਕਰਾ ਕਰ ਸਕਦੇ ਆ। ਠੀਕ ਹੈ ਦੋਸਤੋ, ਜਿਹੜੇ ਵੀ ਸਾਡੇ ਇਸ ਪ੍ਰੋਗਰਾਮ ਨਾਲ ਜੁੜੇ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੇ ਦੋਸਤੋ, ਜੇ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜ਼ਰੂਰ ਕਰਨਾ, ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰਨਾ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ। ਧੰਨਵਾਦ ਸਿੱਧ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਜੁੜੇ। ਔਰ 84 ਨਾਲ ਜਿਹੜਾ ਜੋ ਕੁਝ ਪਹਿਲਾਂ ਸੀਗਾ ਸਥਿਤੀ ਉਹ, ਤੇ ਜੋ ਉਸ ਤੋਂ ਬਾਅਦ ਹੁਣ ਤੁਹਾਡੀ ਨਜ਼ਰ 'ਚ ਹੈ ਉਹ ਤੁਸੀਂ ਦਰਸ਼ਕਾਂ ਨਾਲ ਸਾਂਝੀ ਕੀਤੀ। ਤੁਹਾਡਾ ਬਹੁਤ ਬਹੁਤ ਧੰਨਵਾਦ।
ਧੰਨਵਾਦ ਜੀ, ਸ਼ੁਕਰੀਆ।